ਵਾਹਿਗੁਰੂ 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 ਵਾਹਿਗੁਰੂ। ਸ੍ਰੀ ਵਾਹਿਗੁਰੂ ਸਾਹਿਬ ਜੀ। ਵੇਦ ਪੁਰਾਨ ਸਭੈ ਮਤ ਸੁਨ ਕੈ, ਕਰੀ ਕਰਮ ਕੀ ਆਸਾ। ਕਾਲ ਗ੍ਰਸਤ ਸਭ ਲੋਗ ਸਿਆਨੇ, ਉਠ ਪੰਡਿਤ ਪੈ ਚਲੇ ਨਿਰਾਸਾ। ਵੇਦ ਪੁਰਾਨ ਸਭੈ ਮਤ ਸੁਨ ਕੈ, ਕਰੀ ਕਰਮ ਕੀ ਆਸਾ। ਕਾਲ ਗ੍ਰਸਤ ਸਭ ਲੋਗ ਸਿਆਨੇ, ਉਠ ਪੰਡਿਤ ਪੈ ਚਲੇ ਨਿਰਾਸਾ। ਮਨ ਰੇ ਸਰਿਓ ਨ ਏਕੈ ਕਾਜਾ, ਭਜਿਓ ਨਾ ਰਘੁਪਤ ਰਾਜਾ। ਰਹਾਉ ਬਨ ਖੰਡ ਜਾਏ, ਜੋਗ ਤਪ ਕੀਨੋ। ਕੰਦ ਮੂਲ ਚੁਨ ਖਾਇਆ, ਨਾਦੀ ਬੇਦੀ ਸ਼ਬਦੀ ਮੋਨੀ। ਜਮ ਕੇ ਪਟੈ ਲਿਖਾਇਆ, ਭਗਤ ਨਾਰਦੀ ਹਿਰਦੈ ਨ ਆਈ। ਕਾਸ਼ ਕੂਸ਼ ਤਨ ਦੀਨਾ, ਰਾਗ ਰਾਗਨੀ ਡਿੰਬ ਹੋਏ ਬੈਠਾ। ਉਨ ਹਰ ਪਹਿ ਕਿਆ ਲੀਨਾ, ਪਰਿਓ ਕਾਲ ਸਭੈ ਜਗ ਊਪਰ। ਮਾਹੇ ਲਿਖੇ ਭ੍ਰਮ ਗਿਆਨੀ, ਕਹੋ ਕਬੀਰ ਜਨ ਭਏ ਖਾਲਸੇ। ਪ੍ਰੇਮ ਭਗਤ ਜਿਹ ਜਾਨੀ, ਪਰਿਓ ਕਾਲ ਸਭੈ ਜਗ ਊਪਰ। ਮਾਹੇ ਲਿਖੇ ਭ੍ਰਮ ਗਿਆਨੀ, ਕਹੋ ਕਬੀਰ ਜਨ ਭਏ ਖਾਲਸੇ। ਪ੍ਰੇਮ ਭਗਤ ਜਿਹ ਜਾਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰਾਂ ਦੀ ਪਾਵਨ ਪਵਿੱਤਰ ਚਰਨ ਸ਼ਰਨ ਦੇ ਅੰਦਰ ਸੁਭਾਏਮਾਨ ਗੁਰੂ ਸਵਾਰੇ ਪ੍ਰੇਮੀ ਸਤ ਸੰਗੀ ਜਨੋ, ਵੱਡ ਭਾਗੇ ਹੋ ਆਪ ਜੀ। ਸਤਿਗੁਰਾਂ ਦੀ ਕਿਰਪਾ ਦੁਆਰਾ ਸਤ ਸੰਗਤ ਕਰਨ ਦਾ ਸੁਭਾਗ ਆਪ ਜੀ ਨੂੰ ਪ੍ਰਾਪਤ ਹੋਇਆ ਹੈ। ਗੁਰੂ ਸਵਾਰੇ ਗੁਰੂ ਕੇ ਕੀਰਤਨੀਆਂ ਨੇ ਗੁਰਬਾਣੀ ਕੀਰਤਨ ਆਪ ਜੀ ਨੂੰ ਸਰਵਨ ਕਰਾਏ ਹਨ। ਅੰਮ੍ਰਿਤ ਵੇਲੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਅੰਦਰ ਪ੍ਰਕਾਸ਼ਮਾਨ ਹੋ ਕੇ ਜੋ ਮੁੱਖ ਵਾਕ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੇ ਕਿਰਪਾ ਕੀਤੀ ਹੈ,
ਅੱਜ ਦਾ ਇਹ ਪਾਵਨ ਸ਼ਬਦ ਸੋਰਠ ਰਾਗ ਦੇ ਅੰਦਰ ਭਗਤ ਬਾਣੀ ਦੇ ਸਿਰਲੇਖ ਹੇਠ ਸ਼੍ਰੋਮਣੀ ਭਗਤ ਕਬੀਰ ਸਾਹਿਬ ਜੀ ਦਾ ਉਚਾਰਨ ਕੀਤਾ ਹੋਇਆ ਹੈ। ਗੁਰੂ ਗ੍ਰੰਥ ਸਾਹਿਬ ਜੀ ਦੇ ਮੁਬਾਰਕ ਅੰਗ 654 ਤੇ ਸੁਭਾਈਮਾਨ ਹੈ। ਜਿੱਥੇ ਅੱਜ ਆਪਾਂ ਇਸ ਸ਼ਬਦ ਦੀ ਵਿਚਾਰ ਕਰਨੀ ਹੈ, ਅੱਜ ਜਗਤ ਗੁਰੂ ਗੁਰੂ ਨਾਨਕ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਆਗਮਨ ਪੁਰਬ ਵੀ ਹੈ। ਸਤਿਗੁਰਾਂ ਦੇ ਜੀਵਨ ਵਿੱਚੋਂ ਸਤਿਗੁਰਾਂ ਨੇ ਜੋ ਕਮਾਈ ਆਪ ਕੀਤੀ ਤੇ ਸੰਸਾਰੀ ਲੋਕਾਂ ਦੇ ਵਿੱਚ ਵੰਡੀ, ਉਸ ਬਾਰੇ ਵੀ ਆਪਾਂ ਵਿਚਾਰਾ ਕਰਨੀਆਂ ਨੇ। ਆਓ ਸਭ ਤੋਂ ਪਹਿਲਾਂ ਸ਼ਬਦ ਗੁਰੂ ਸੁਰਤ ਧੁਨ ਚੇਲਾ ਵਾਰੀ ਅਵਸਥਾ ਬਣਾਈਏ। ਸ਼ਬਦ ਦੀ ਵਿਚਾਰ ਗੁਰੂ ਕਿਰਪਾ ਦੁਆਰਾ ਆਪਾਂ ਸਾਰੇ ਸਾਂਝੀ ਕਰੀਏ। ਜਿੰਨੇ ਸਤ ਸੰਗੀ ਗੁਰੂ ਚਰਨਾਂ ਦੇ ਅੰਦਰ ਜੁੜੇ ਹੋ ਜਾਂ ਦੇਸ਼ ਵਿਦੇਸ਼ ਦੇ ਅੰਦਰ ਇਸ ਸੁਭਾਗੇ ਸਮੇਂ ਦੀ ਸੰਭਾਲ ਕਰ ਰਹੇ ਹੋ, ਸਾਰੇ ਕਿਰਪਾ ਕਰੋ, ਗੱਜ ਕੇ ਬੋਲੋ ਸਤਿਨਾਮ ਵਾਹਿਗੁਰੂ। ਸ਼ਬਦ ਦੇ ਰਹਾਉ ਦੇ ਬੰਧ ਵਿੱਚ ਸ਼ਬਦ ਦਾ ਕੇਂਦਰੀ ਭਾਵ ਹੈ, ਜਿਸ ਵਿੱਚ ਭਾਵੇਂ ਆਪਣੇ ਮਨ ਨੂੰ ਭਗਤ ਕਬੀਰ ਸਾਹਿਬ ਜੀ ਕਹਿ ਰਹੇ ਨੇ, ਪਰ ਉਪਦੇਸ਼ ਸਾਨੂੰ ਸਾਰਿਆਂ ਨੂੰ ਦਿੱਤਾ ਜਾ ਰਿਹਾ ਹੈ। ਪਰਥਾਏ ਸਾਖੀ ਮਹਾਂਪੁਰਖ ਬੋਲਦੇ, ਸਾਂਝੀ ਸਗਲ ਜਹਾਨੈ। ਮਨ ਰੇ ਸਰਿਓ ਨ ਏਕੈ ਕਾਜਾ। ਮਨ ਰੇ ਤੋਂ ਭਾਵ ਹੈ, ਹੇ ਮਨ, ਸਰਿਓ ਨ ਏਕੈ ਕਾਜਾ। ਇੱਕ ਕੰਮ ਵੀ ਤੇਰੇ ਕੋਲੋਂ ਨਹੀਂ ਹੋ ਸਕਿਆ, ਤੂੰ ਨੇਪਰੇ ਨਹੀਂ ਚਾੜ ਸਕਿਆ। ਇਹ ਅੱਖਰ ਆਪਾਂ ਆਮ ਆਪਣੀ ਬੋਲੀ ਵਿੱਚ ਬੋਲਦੇ ਹਾਂ ਵੀ ਤੇਰੇ ਕੋਲੋਂ ਕੀ ਸਰਿਆ, ਭਾਵ ਤੂੰ ਕੀ ਕੀਤਾ ਹੈ। ਮਨ ਰੇ ਸਰਿਓ ਨ ਏਕੈ ਕਾਜਾ। ਕਿਹੜਾ ਕਾਜ, ਕਿਹੜਾ ਕੰਮ। ਵੈਸੇ ਦੁਨੀਆ ਦੇ ਧੰਦੇ ਕਿੰਨੇ ਕੁ ਨੇ, ਇਹਨਾਂ ਦੀ ਗਿਣਤੀ ਨਹੀਂ ਕੀਤੀ ਜਾ ਸਕਦੀ। ਅਸੀਂ ਆਪਣੇ ਜੀਵਨ ਦੇ ਅੰਦਰ ਬੜੇ ਧੰਦੇ ਕਰਦੇ ਹਾਂ, ਆਹਰ ਕਰਦੇ ਹਾਂ, ਪਰ ਜਿਸ ਕੰਮ ਨੇ ਇਸ ਲੋਕ ਵਿੱਚ ਵੀ ਸਾਡੇ ਕੰਮ ਆਣਾ ਹੈ, ਪਰਲੋਕ ਵਿੱਚ ਵੀ ਸਾਡੇ ਕੰਮ ਆਣਾ ਹੈ, ਉਸ ਵੱਲ ਸਾਡਾ ਧਿਆਨ ਬਹੁਤ ਘੱਟ ਹੈ। ਆਹਰ ਸਭ ਕਰਦਾ ਫਿਰੈ, ਆਹਰ ਇੱਕ ਨਾ ਹੋਏ। ਜਿਸ ਆਹਰ ਜਗ ਉਧਰੈ, ਵਿਰਲਾ ਬੂਝੈ ਕੋਏ। ਭਜਿਓ ਨਾ ਰਘੁਪਤ ਰਾਜਾ,
ਇੱਥੇ ਰਗਪਤ ਦੇ ਭਾਵ ਨੇ ਪ੍ਰਕਾਸ਼ ਰੂਪ ਵਾਹਿਗੁਰੂ। ਉਹਨੂੰ ਭਜਣਾ ਸੀ, ਉਸ ਦਾ ਭਜਨ ਕਰਨਾ ਸੀ, ਉਸ ਦੀ ਬੰਦਗੀ ਕਰਨੀ ਸੀ, ਪਰ ਤੂੰ ਕੀਤੀ ਨਹੀਂ। ਗੁਰੂ ਤੇਗ ਬਹਾਦਰ ਜੀ ਮਹਾਰਾਜ ਬੜੇ ਪਿਆਰ ਨਾਲ ਸਮਝਾਉਂਦੇ ਨੇ, ਕਰਨੋ ਹੁਤੋ ਸੋ ਨਾ ਕੀਓ, ਪਰਿਓ ਲੋਭ ਕੈ ਫੰਦ, ਨਾਨਕ ਸਮਿਓ ਰਮ ਗਇਓ, ਅਬ ਕਿਉ ਰੋਵਤ ਅੰਧ। ਗੁਣ ਗੋਬਿੰਦ ਗਾਇਓ ਨਹੀਂ, ਜਨਮ ਅਕਾਰਥ ਕੀਨ, ਕਹੋ ਨਾਨਕ ਹਰ ਭਜ ਮਨਾ, ਜਿਹ ਬਿਦ ਜਲ ਕੋ ਮੀਨ। ਤਿੰਨ ਅਵਸਥਾ ਨੇ, ਬਾਲਪਨ ਹੈ, ਜਵਾਨੀ ਹੈ, ਬੁਢੇਪਾ ਹੈ। ਇਹਨਾਂ ਤਿੰਨਾਂ ਹੀ ਅਵਸਥਾ ਵਿੱਚ ਜੇ ਵਾਹਿਗੁਰੂ ਨੂੰ ਚੇਤੇ ਨਹੀਂ ਕਰਤਾ, ਜਨਮ ਅਕਾਰਥ ਚਲਾ ਗਿਆ। ਬਾਲ ਜਵਾਨੀ ਅਰ ਬਿਰਧ ਫੁਨ ਤੀਨ ਅਵਸਥਾ ਜਾਨ, ਕਹੋ ਨਾਨਕ ਹਰ ਭਜਨ ਬਿਨ, ਬਿਰਥਾ ਸਭ ਹੀ ਮਾਨ। ਭਾਈ ਗੁਰਦਾਸ ਜੀ ਇੱਕ ਪੌੜੀ ਦੇ ਵਿੱਚ ਇਸ ਮਨੁੱਖਾ ਜੀਵਨ ਨੂੰ ਸਫਲ ਕਰਨ ਦਾ ਢੰਗ ਤਰੀਕਾ ਸਾਨੂੰ ਸਮਝਾਉਂਦੇ ਨੇ। ਮਹਾਰਾਜ ਕਿਰਪਾ ਕਰਦੇ ਨੇ ਭਾਈ ਸਾਹਿਬ ਜੀ, 84 ਲੱਖ ਜੂਨਾਂ ਦੇ ਵਿੱਚੋਂ ਮਨੁੱਖਾ ਦੇਹ ਹੀ ਉੱਤਮ ਹੈ। ਕਿਉਂ? ਅੱਖਾਂ ਨਾਲ ਵੇਖਣਾ, ਕੰਨਾਂ ਨਾਲ ਸੁਣਨਾ ਤੇ ਮੂੰਹ ਵਿੱਚੋਂ ਸ਼ੁਭ ਬਚਨ ਬੋਲਣੇ, ਹੱਥਾਂ ਨਾਲ ਕਾਰ ਕਰਨੀ, ਪੈਰਾਂ ਨਾਲ ਚੱਲ ਕੇ ਸਤ ਸੰਗਤ ਵਿੱਚ ਜਾਣਾ, ਕਿਰਤ ਵਿਰਤ ਕਰਨੀ ਤੇ ਖੱਟ ਕੇ ਖਲਾਵਨ ਦੀ ਜਿਹੜੀ ਗੱਲ ਹੈ ਨਾ, ਆਪਣੇ ਜੀਵਨ ਦੇ ਅੰਦਰ ਬੰਦਾ ਧਾਰਨ ਕਰੇ, ਕਾਲ ਖਾਏ ਕਿਛ ਹੱਥੋਂ ਦੇ, ਨਾਨਕ ਰਾਹ ਪਛਾਣੇ ਸੇਵਾਰੀ। ਤੇ ਫਿਰ ਗੁਰਬਾਣੀ ਸਮਝ ਕੇ ਵਿਚਾਰ ਕੇ ਆਪਣੇ ਜੀਵਨ ਦੇ ਅੰਦਰ ਗੁਰਮੁਖ ਪਿਆਰੇ ਧਾਰਨ ਕਰਨ, ਜਨਮ ਸਫਲ। ਗੁਰਮੁਖਾਂ ਦੀ ਸੰਗਤ ਕਰਕੇ ਚਰਨਾਮ੍ਰਿਤ ਪੀਣ ਵਾਲੀ ਗੱਲ ਜੀਵਨ ਦੇ ਵਿੱਚ ਆ ਜਾਵੇ। ਭਾਈ ਸਾਹਿਬ ਜੀ ਆਖਦੇ ਨੇ, ਇਹੋ ਜਿਹਾ ਬੰਦਾ, ਇਹੋ ਜਿਹਾ ਮਨੁੱਖ, ਇਹੋ ਜਿਹਾ ਪ੍ਰਾਣੀ ਆਪ ਤਾਂ ਤਰਦਾ ਹੈ, ਕਈਆਂ ਹੋਰਨਾਂ ਨੂੰ ਵੀ ਤਾਰ ਲੈਂਦਾ ਹੈ। ਪੜ੍ਹੋ ਬਚਨ, 84 ਲੱਖ ਜੋਨ ਵਿੱਚ ਉੱਤਮ ਜਨਮ ਸੁਮਾਨਸ ਦੇਹੀ, ਅੱਖੀ ਵੇਖਣ ਕਰਨ ਸੁਣ, ਮੁਖ ਸੁਭ ਬੋਲਣ ਬਚਨ ਸਨੇਹੀ, ਹੱਥੀ ਕਾਰ ਕਮਾਵਨੀ, ਪੈਰੀ ਚਲ ਸਤ ਸੰਗ ਮਲੇਹੀ, ਕਿਰਤ ਵਿਰਤ ਕਰ ਧਰਮ ਦੀ, ਖੱਟ ਖਲਾਵਨ ਕਾਰ ਕਰੇਹੀ। ਭਾਈ ਸਾਹਿਬ ਆਖਦੇ ਨੇ, ਗੁਰਮੁਖ ਜਨਮ ਸਕਾਰਥਾ, ਗੁਰਬਾਣੀ ਪੜ ਸਮਝ ਸਨੇਹੀ, ਗੁਰ ਭਾਈ ਸੰਤੁਸ਼ਟ ਕਰ, ਚਰਨਾਮ੍ਰਿਤ ਲੈ ਮੁਖ ਪਵੇਹੀ, ਪੈਰੀ ਪਵਨ ਨ ਛੋਡੀਐ, ਕਲੀ ਕਾਲ ਰਹਿ ਰਾਸ ਕਰੇਹੀ, ਆਪ ਤਰੇ ਗੁਰ ਸਿੱਖ ਤਰੇਹੀ। ਮਨ ਰੇ ਸਰਿਓ ਨ ਏਕੈ ਕਾਜਾ, ਭਜਿਓ ਨ ਰਘਪਤ ਰਾਜਾ। ਸੱਜਣ ਨੂੰ ਇਹੋ ਹੀ ਗੱਲ ਸਮਝਾਈ ਸੀ ਨਾ, ਹੋਰ ਕੰਮ ਤੋਂ ਬੜੇ ਕਰ ਰਹੇ ਹੈ, ਪਰ ਜਿਹੜਾ ਕਰਨ ਵਾਲਾ ਹੈ ਉਹ ਕਰਦਾ ਹੀ ਨਹੀਂ। ਕਲਯੁਗ ਨਾਮੀ ਪਾਂਡੇ ਨੂੰ ਵੀ ਇਹੋ ਗੱਲ ਕਹੀ ਸੀ ਨਾ, ਜਗਨਨਾਥਪੁਰੀ ਦੇ ਅੰਦਰ ਜਾ ਕੇ ਆਖਣ ਲੱਗੇ, ਇਹ ਮਨੁੱਖਾ ਜੀਵਨ ਯੋਗ ਸਾਧਨਾ ਦਾ ਸਮਾਂ ਨਹੀਂ, ਜਾਂ ਹੋਰ ਕਰਮ ਕਰਨ ਦਾ ਸਮਾਂ ਨਹੀਂ, ਇਹ ਕੇਵਲ ਤੇ ਕੇਵਲ ਵਾਹਿਗੁਰੂ ਦੇ ਨਾਮ ਜਪਣ ਦਾ ਸਮਾਂ। ਇਹਨੂੰ ਪਖੰਡ ਵਿੱਚ, ਇਹਨੂੰ ਕਰਮ ਕਾਂਡਾਂ ਵਿੱਚ ਪਾ ਕੇ ਐਵੇਂ ਅਜ਼ਾਈ ਨਾ ਗਵਾਓ। ਕਿਉਂਕਿ ਸਤਿਗੁਰੂ ਜੀ ਕਿਰਪਾ ਕਰਦੇ ਨੇ ਨਾ, ਆਖਦੇ ਨੇ ਸੋਹੀ ਰਾਗ ਦੇ ਅੰਦਰ, ਉਜਲ ਕਹਿਹਾਂ ਚਿਲਕਨਾ, ਘੋਟਮ ਕਾਲੜੀ ਮਸ,
ਧੋਤਿਆਂ ਜੂਠ ਨਾ ਉਤਰੈ, ਜੇ ਸੋ ਧੋਵਾ ਤਿਸ, ਸੱਜਣ ਸੇਈ ਨਾਲ ਮੈਂ, ਚਲਦਿਆ ਨਾਲ ਚਲਨ, ਜਿੱਥੇ ਲੇਖਾ ਮੰਗੀਐ ਤਿੱਥੇ ਖੜੇ ਦਿਸਨ। ਕੋਠੇ ਮੰਡਪ ਮਾੜੀਆਂ, ਪਾਸੋ ਚਿਤਵੀਆ, ਢੱਠੀਆਂ ਕੰਮ ਨਾ ਆਵਨੀ, ਵਿੱਚੋਂ ਸਖਣੀਆ, ਬੱਗਾਂ ਬੱਗੇ ਕੱਪੜੇ, ਤੀਰਥ ਮੰਜ ਵਸਨ, ਘੁੱਟ ਘੁੱਟ ਜੀਆਂ ਖਾਵਨੇ, ਬੱਗੇ ਨਾ ਕਹਿਨ, ਸਿੰਬਲ ਰੁਖ ਸਰੀਰ ਮੈਂ, ਮੈਜਨ ਦੇਖ ਭੁਲਨ, ਸੇ ਫਲ ਕੰਮ ਨਾ ਆਵਨੀ, ਤੇ ਗੁਣ ਮੈਂ ਤਨ ਹਨ, ਅੰਧਲੇ ਭਾਰ ਉਠਾਇਆ, ਡੂਗਰ ਵਾਟ ਬਹੁਤ, ਅੱਖੀ ਲੋੜੀ ਨਾ ਲਹਾ, ਹਉ ਚੜ ਲੰਗਾ ਕਿਤ, ਚਾਕਰੀਆਂ ਚੰਗਿਆਈਆਂ, ਅਵਰ ਸਿਆਨਪ ਕਿਤ, ਨਾਨਕ ਨਾਮ ਸੰਭਾਲ ਤੂੰ, ਬੱਧਾ ਛੁਟੈ ਜਿਤ ਮਨ ਰੇ, ਸਰਿਓ ਨਾ ਏਕੈ ਕਾਜਾ, ਭਜਿਓ ਨਾ ਰਗਪਤ ਰਾਜਾ। ਕਿਉਂਕਿ ਕਾਲ ਨਾਹੀ, ਜੋਗ ਨਾਹੀ, ਨਾਹੀ ਸਤ ਕਾ ਢੱਬ, ਥਾ ਨਿਸ਼ਟ ਜਗ ਪ੍ਰਿਸ਼ਟ ਹੋਏ, ਡੂਬਤਾ ਇਵ ਜਗ। ਤੇ ਰਹਾਉ ਦੇ ਬੰਦ ਵਿੱਚ ਕਿਰਪਾ ਕੀਤੀ। ਕਲ ਮੈਂ ਰਾਮ ਨਾਮ ਸਾਰ, ਕਲ ਮੈਂ ਰਾਮ ਨਾਮ ਸਾਰ, ਅੱਖੀ ਤਾਂ ਮਿਟੈ ਨਾਕ ਪਕੜੈ, ਅੱਖੀ ਤਾਂ ਮਿਟੈ ਨਾਕ ਪਕੜੈ, ਕਲ ਮੈਂ ਰਾਮ ਨਾਮ ਸਾਰ, ਅੱਖੀ ਤਾਂ ਮਿਟੈ ਨਾਕ ਪਕੜੈ, ਠੱਗਨ ਕੋ ਸੰਸਾਰ। ਬਸ ਇਹ ਵਿਖਾਵੇ ਦੇ ਕੰਮ, ਕਰਮ ਕਾਂਡ ਕੇਵਲ ਲੋਕਾਂ ਨੂੰ ਠੱਗਣ ਵਾਸਤੇ ਨੇ, ਹੋਰ ਕੁਝ ਨਹੀਂ। ਬਾਬਾ ਨਾਨਕ ਜੀ ਹਰਿਦੁਆਰ ਗਏ, ਵੈਸ਼ਨੋ ਸਾਧੂ ਕੋਲੋਂ ਅੱਗ ਲੈਣ ਵਾਸਤੇ ਭੇਜ ਦਿੱਤਾ ਭਾਈ ਮਰਦਾਨਾ ਜੀ ਨੂੰ। ਜਦੋਂ ਪਰਛਾਵਾਂ ਚੁੱਲ੍ਹੇ ਤੇ ਪਿਆ, ਚੌਂਕੇ ਤੇ ਪਿਆ, ਅੱਗ ਬਗੂਲਾ ਹੋ ਗਿਆ, ਵੇਖ ਕੇ ਸੜ ਗਿਆ ਤੇ ਆਖਣ ਲੱਗਾ, ਨੀਵੀਂ ਜਾਤ ਦਾ ਆਇਆ ਤੇ ਮੇਰੇ ਚੌਂਕੇ ਤੇ ਨੇ ਪਰਛਾਵਾਂ ਪਾ ਦਿੱਤਾ। ਭਾਈ ਮਰਦਾਨਾ ਜੀ ਦੇ ਮਗਰ ਇਤਿਹਾਸਕਾਰ ਕਹਿੰਦੇ ਨੇ, ਬਲਦਾ ਹੋਇਆ ਲੱਕੜ ਦਾ ਜਿਹੜਾ ਸੀ ਨਾ ਉਹ ਚੁਆਤਾ, ਉਹ ਲੈ ਕੇ ਮਗਰ ਭੱਜਿਆ ਭਾਈ ਸਾਹਿਬ ਨੂੰ ਸਾੜਨ ਵਾਸਤੇ। ਭਾਈ ਸਾਹਿਬ ਗੁਰੂ ਦੀ ਸ਼ਰਨ ਵਿੱਚ ਆ ਗਏ। ਆਖਿਆ, ਭਾਈ ਰੱਬ ਦੇ ਬੰਦੇ ਨੂੰ ਕਿਉਂ ਤੂੰ ਸਾੜਨਾ ਚਾਹੁੰਦਾ, ਮਾਰਨਾ ਚਾਹੁੰਦਾ, ਇਸ ਉੱਤੇ ਕਰੋਪ ਹੋ ਰਿਹਾ? ਕਹਿਣ ਲੱਗਾ, ਇਹ ਰੱਬ ਦਾ ਬੰਦਾ, ਇਹਨੇ ਮੇਰਾ ਚੁੱਲ੍ਹਾ, ਮੇਰਾ ਚੌਂਕਾ ਭ੍ਰਿਸ਼ ਦਿੱਤਾ। ਤੇ ਸਤਿਗੁਰੂ ਮਹਾਰਾਜ ਕਹਿਣ ਲੱਗੇ ਉਸ ਸਾਧ ਨੂੰ, ਜਿੱਥੇ ਤੁਹਾਡਾ ਚੌਂਕਾ ਹੈ, ਜਿੱਥੇ ਤੁਹਾਡਾ ਚੁੱਲ੍ਹਾ ਹੈ, ਉੱਥੇ ਛੱਤ ਪਈ ਹੋਈ ਹੈ? ਕਹਿਣ ਲੱਗੇ ਨਹੀਂ। ਤੇ ਕਹਿਣ ਲੱਗੇ, ਮਾਸ ਖਾਣ ਵਾਲੀਆਂ ਇੱਲਾਂ ਇੰਨੀਆਂ ਅਸਮਾਨ ਵਿੱਚ ਉੱਡੀਆਂ ਫਿਰਦੀਆਂ ਨੇ, ਉਹਨਾਂ ਦਾ ਪਰਛਾਵਾਂ ਪੈਣ ਨਾਲ ਤੇਰਾ ਚੌਂਕਾ ਨਹੀਂ ਪਟਿਆ ਜਾਂਦਾ। ਪਰ ਇੱਕ ਇਨਸਾਨ, ਰੱਬ ਦੀ ਕੀਰਤੀ ਕਰਨ ਵਾਲਾ, ਰੱਬ ਦਾ ਬੰਦਾ ਤੇਰੇ ਚੌਂਕੇ ਵਿੱਚ ਜਾਵੇ, ਤੇਰੇ ਘਰ ਵਿੱਚ ਜਾਵੇ, ਤੇ ਪਰਛਾਵਾਂ ਪੈਣ ਨਾਲ ਤੇਰਾ ਚੌਂਕਾ ਪਟਿਆ ਜਾਂਦਾ ਹੈ। ਸਤਿਗੁਰਾਂ ਨੇ ਉੱਥੇ ਇੱਕ ਗੱਲ ਕਹੀ, ਆਖਣ ਲੱਗੇ, ਕਬੁੱਧ ਡੋਮਨੀ ਕੁਦਇਆ ਕਸੈਨ, ਪਰ ਨਿੰਦਾ ਕੱਢ ਚੂੜੀ, ਮੁੱਠੀ ਕਰੋ ਚੰਡਾਲ, ਕਾਰੀ ਕੱਢੀ ਕਿਆ ਥੀਐ, ਜਾਂ ਚਾਰੇ ਬੈਠੀਆਂ ਨਾਲ, ਸਤ ਸੰਜਮ ਕਰਨੀ ਕਾਵਾ ਕਾਰਾਂ, ਨਾਵਨ ਨਾਉ ਜਪੇਈ, ਨਾਨਕ ਅੱਗੇ ਉੱਤਮ ਸੇਈ, ਜੇ ਪਾਪਾਂ ਪੰਧ ਨਾ ਦੇਹੀ। ਪਾਪਾਂ ਪੰਧ ਨਾ ਦੇਹੀ ਤੋਂ ਭਾਵ ਜਿਹੜੇ ਪਾਪ ਵਾਲੇ ਪਾਸੇ ਲੋਕਾਂ ਨੂੰ ਪ੍ਰੇਰਦੇ ਨਹੀਂ, ਜਿਹੜੇ ਪਾਪ ਵਾਲੀ ਸਿੱਖਿਆ ਨਹੀਂ ਦਿੰਦੇ, ਅੱਗੇ ਉੱਤਮ ਉਹ ਨੇ। ਮਹਾਰਾਜ ਨੇ ਆਖਿਆ, ਤੇਰੇ ਅੰਦਰ ਕਬੁੱਧ ਬੈਠੀ ਹੋਈ ਏ, ਡੋਮਣੀ, ਤੇਰੇ ਅੰਦਰ ਕੁਦਇਆ ਭਾਵ ਦੂਜਾ ਉੱਤੇ ਤਰਸ ਨਾ ਕਰਨਾ, ਇਹ ਤੇਰੇ ਅੰਦਰ ਡੋਮਣੀ ਬੈਠੀ ਹੋਈ ਹੈ। ਕਬੁੱਧ ਡੋਮਣੀ ਕੁਦਇਆ ਕਸੈਨ, ਕਰੋਧ ਨਿੰਦਾ, ਇਹ ਤੇਰੇ ਅੰਦਰ ਔਗਣ ਬੈਠੇ ਹੋਏ ਨੇ। ਤੂੰ ਆਪਣੇ ਆਪ ਨੂੰ ਪਵਿੱਤਰ ਸਮਝਦਾ,
ਮਹਾਰਾਜ ਕਹਿਣ ਲੱਗੇ ਜੇ ਤੂੰ ਆਪਣਾ ਚੌਂਕਾ ਪਵਿੱਤਰ ਕਰਨਾ ਹੈ, ਸੱਚ ਨੂੰ ਸੰਜਮ ਬਣਾ, ਕਰਨੀ ਦੀਆਂ ਕਾਰਾਂ, ਉੱਚਾ ਆਚਰਨ ਜਿਹੜਾ ਹੈ ਇਹਨੂੰ ਕਾਰਾਂ ਕੱਢ, ਤੇ ਨਾਲ ਹੀ ਨਹਾਣਾ ਜਿਹੜਾ ਹੈ ਨਾ ਵਾਹਿਗੁਰੂ ਪਰਮਾਤਮਾ ਦਾ ਨਾਮ ਜਪ, ਤੂੰ ਆਪ ਵੀ ਤਰੇਗਾ ਤੇ ਹੋਰਨਾਂ ਨੂੰ ਵੀ ਤਾਰਨ ਜੋਗਾ ਹੋ ਜਾਵੇਗਾ। ਕਿਉਂਕਿ ਇਹ ਮਨੁੱਖਾ ਦੇ ਹੀ ਆਪਾਂ ਰੋਜ਼ ਪੜ੍ਹਦੇ ਹਾਂ, ਭਈ ਪ੍ਰਾਪਤ ਮਾਨੁਖ ਦੇ ਉਰੀਆ, ਗੋਬਿੰਦ ਮਿਲਨ ਕੀ ਇਹ ਤੇਰੀ ਬਰੀਆ, ਅਵਰ ਕਾਜ ਤੇਰਾ ਕਿਤੇ ਨਾ ਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ। ਬਾਬਾ ਜੀ ਕਿਰਪਾ ਕਰਦੇ ਨੇ ਆਪਣੀ ਪਾਵਨ ਬਾਣੀ ਦੇ ਅੰਦਰ, ਮਨ ਰੇ ਸਰਿਓ ਨਾ ਏਕੈ ਕਾਜਾ, ਭਜਿਓ ਨਾ ਰਘੁਪਤ ਰਾਜਾ। ਹੇ ਮਨ, ਤੇਰੇ ਕੋਲੋਂ ਇੱਕ ਕੰਮ ਵੀ ਜਿਹੜਾ ਹੈ ਨਾ ਜੀਵਨ ਦੇ ਅੰਦਰ ਨਹੀਂ ਹੋਇਆ, ਤੂੰ ਇਹ ਕੰਮ ਸਿਰੇ ਨਹੀਂ ਚਾੜਿਆ, ਇਹ ਕੰਮ ਤੂੰ ਆਪਣੇ ਜੀਵਨ ਦੇ ਅੰਦਰ ਧਾਰਨ ਨਹੀਂ ਕੀਤਾ। ਕਿਹੜਾ? ਵਾਹਿਗੁਰੂ ਪਰਮਾਤਮਾ ਜਿਹੜਾ ਪ੍ਰਕਾਸ਼ ਰੂਪ ਹੈ, ਉਸ ਨੂੰ ਭਜਨ ਵਾਲਾ, ਉਸ ਦਾ ਸਿਮਰਨ ਕਰਨ ਵਾਲਾ। ਕਿਉਂਕਿ ਭਈ ਪ੍ਰਾਪਤ ਮਾਨੁਖ ਦੇ ਉਰੀਆ, ਗੋਬਿੰਦ ਮਿਲਨ ਕੀ ਇਹ ਤੇਰੀ ਬਰੀਆ, ਅਵਰ ਕਾਜ ਤੇਰਾ ਕਿਤੇ ਨਾ ਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ। ਕਿਉਂਕਿ ਜਪੋ ਤਾਂ ਏਕੋ ਨਾਮਾ, ਅਵਰ ਨਿਰਾਫਲ ਕੰਮ। ਕੇਵਲ ਇੱਕ ਕੰਮ ਜਿਹੜਾ ਹੈ ਨਾ ਉਹ ਸਾਡੇ ਕੰਮ ਆਉਣ ਵਾਲਾ ਹੈ। ਕਿਹੜਾ? ਸਾਥ ਨ ਚਾਲੈ ਬਿਨ ਭਜਨ, ਵਿਖਿਆ ਸਗਲੀ ਸਾਰ, ਹਰ ਹਰ ਨਾਮ ਕਮਾਵਨਾ, ਨਾਨਕ ਇਹ ਧਨ ਸਾਰ। ਆਓ ਭਗਤ ਜੀ ਕਿਰਪਾ ਕਰ ਰਹੇ ਨੇ, ਸਮੁੱਚੇ ਸ਼ਬਦ ਦੀ ਆਪਾਂ ਵਿਚਾਰ ਲੜੀਵਾਰ ਕਰੀਏ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਵੇਦ ਪੁਰਾਨ ਸਬੈ ਮਤ ਸੁਨ ਕੈ, ਕਰੀ ਕਰਮ ਕੀ ਆਸਾ। ਵੇਦ ਤੇ ਪੁਰਾਨ ਇਹ ਸਾਧ ਸੰਗਤ ਹਿੰਦੂ ਮਤ ਦੇ, ਜਿਹਨੂੰ ਸਨਾਤਨ ਮਤ ਵੀ ਕਿਹਾ ਜਾਂਦਾ ਹੈ, ਉਸ ਦੇ ਧਰਮ ਗ੍ਰੰਥ ਨੇ। ਗਿਣਤੀ ਵਿੱਚ 4 ਵੇਦ ਨੇ, 18 ਪੁਰਾਨ ਨੇ। ਭਗਤ ਜੀ ਆਖਦੇ ਨੇ ਵੇਦ ਪੁਰਾਨ ਸੁਣ ਕੇ ਕੀ ਕੀਤਾ? ਕਰੀ ਕਰਮ ਕੀ ਆਸਾ। ਇੱਥੇ ਕਰਮ ਤੋਂ ਭਾਵ ਕਰਮ ਕਾਂਡ, ਕਰਮ ਕਾਂਡ ਆਪਣੇ ਜੀਵਨ ਵਿੱਚ ਕੀਤੇ ਇਸ ਆਸ ਨੂੰ ਲੈ ਕੇ ਕਿ ਇਹ ਕਰਮ ਕਾਂਡ ਮੇਰਾ ਜੀਵਨ ਸਫਲ ਕਰਨਗੇ। ਵੇਦ ਪੁਰਾਨ ਸਭੈ ਮਤ ਸੁਨ ਕੈ, ਕਰੀ ਕਰਮ ਕੀ ਆਸਾ। ਵੇਦ ਪੁਰਾਨ ਸੁਣੇ, ਸਾਰੇ ਇਹਨਾਂ ਦੇ ਮਤ ਸਿਧਾਂਤ ਆਪਣੇ ਜੀਵਨ ਦੇ ਅੰਦਰ ਧਾਰਨ ਕੀਤੇ, ਕਰਮ ਕਾਂਡ ਕੀਤੇ ਇਹਨਾਂ ਦੇ ਦੱਸੇ ਮੁਤਾਬਕ, ਪਰ ਆਸਾ ਇਹ ਰੱਖੀ ਕਿ ਇਹਨਾਂ ਦੇ ਕਰਨ ਨਾਲ ਮੇਰਾ ਜੀਵਨ ਜਿਹੜਾ ਹੈ ਨਾ ਉਹ ਸਫਲ ਹੋਵੇਗਾ। ਸਾਧ ਸੰਗਤ, ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਦੇ ਅੰਦਰ ਭਗਤ ਜੀ ਨੇ ਕਿਰਪਾ ਕੀਤੀ, ਵੇਦ ਪੁਰਾਨ ਕਹੋ ਮਤ ਝੂਠੇ, ਝੂਠਾ ਜੋ ਨਾ ਵਿਚਾਰੇ। ਜੋ ਸਭ ਮੈਂ ਏਕ ਖੁਦਾਏ ਕਹਿਤ ਹੈ, ਤੋ ਕਿਉਂ ਮੁਰਗੀ ਮਾਰੇ। ਝੂਠਾ ਉਹ ਹੈ ਜਿਹੜਾ ਇਹਨਾਂ ਦੀ ਵਿਚਾਰ ਆਪਣੇ ਜੀਵਨ ਦੇ ਅੰਦਰ ਧਾਰਨ ਨਹੀਂ ਕਰਦਾ। ਕਿਉਂਕਿ ਪਾਠ ਪੜ੍ਹਿਓ, ਅਰ ਵੇਦ ਵਿਚਾਰਿਓ, ਨਿਵਲ ਭਯੰਗਮ ਸਾਧੇ, ਪੰਚ ਜਨਾਂ ਸਿਉ ਸੰਗ ਨ ਛੁਟਕਿਓ, ਅਦਕ ਅਹੰਗ ਬੁੱਧ ਬਾਧੇ, ਪਿਆਰੇ ਇਨ ਬਿਦ ਮਿਲ ਨ ਜਾਈ। ਮੈਂ ਕੀਏ ਕਰਮ ਅਨੇਕਾ, ਹਾਰ ਪਰਿਓ, ਸੁਆਮੀ ਕੈ ਦੁਆਰੈ, ਦੀਜੈ ਬੁੱਧ ਬਵੇਕਾ। ਬਾਬਾ ਜੀ ਆਖਦੇ ਨੇ ਦੁਬਦਾ ਨਾ ਪਰੂੰ, ਹਰ ਬਿਨ ਹੋਰ ਨਾ ਪੂਜੂ, ਮੜੇ ਮਸਾਨ ਨਾ ਜਾਈ। ਤ੍ਰਿਸ਼ਨਾ ਰਾਚ ਨਾ ਪਰ ਕਰ ਜਾਵਾਂ, ਤ੍ਰਿਸ਼ਨਾ ਨਾਮ 부ਝਾਈ। ਕਰਮ ਕਾਂਡ ਹਰ ਬਿਨ ਅਵਰ ਕਿਰਿਆ ਬਿਰਥੇ, ਜਪ ਤਪ ਸੰਜਮ ਕਰਮ ਕਮਾਨੇ, ਇਹ ਓਰੇ ਮੂਸੇ। ਕਰਮ ਧਰਮ ਪਾਖੰਡ ਜੋ ਦਿਸੈ, ਤਿਨ ਜਮ ਜਾਗਾਤੀ ਲੂਟੈ, ਨਿਰਵਾਨ ਕੀਰਤਨ ਗਾਵੋ ਕਰਤੇ ਕਾ,
ਨਿਮਖ ਸਿਮਰਤ ਜਿਤ ਛੁਟੈ। ਕਿਉਂਕਿ ਬਹੁ ਸ਼ਾਸਤਰ ਬਹੁ ਸਮ੍ਰਿਤੀ ਪੇਖੇ ਸਰਬ ਢੰਡੋਲ। ਪੂਜਸ ਨਾਹੀ ਹਰ ਹਰੇ ਨਾਨਕ ਨਾਮ ਅਮੋਲ। ਵੇਦ ਪੁਰਾਨ ਇਹਨਾਂ ਨੂੰ ਪੜ੍ਹਿਆ, ਇਹਨਾਂ ਨੂੰ ਸੁਣਿਆ, ਇਹਨਾਂ ਦੇ ਮੁਤਾਬਕ ਕਰਮ ਕਾਂਡ ਵੀ ਕੀਤੇ। ਆਸਾ ਇਹ ਰੱਖੀ ਕਿ ਇਹਨਾਂ ਦੇ ਦੱਸੇ ਮੁਤਾਬਕ ਕਰਮ ਕਾਂਡ ਕੀਤਿਆ ਜੀਵਨ ਦੇ ਅੰਦਰ ਮੈਨੂੰ ਸਫਲਤਾ ਪ੍ਰਾਪਤ ਹੋਵੇਗੀ ਜਾਂ ਮੈਂ ਜੀਵਨ ਵਿੱਚ ਕਾਮਯਾਬ ਹੋਵਾਂਗਾ। ਇਹ ਅੰਦਰ ਤੋਂ ਗੱਲ ਧਾਰਨ ਕਰਕੇ ਕਰਮ ਕਾਂਡ ਹੀ ਕਰਦਾ ਰਿਹਾ। ਕਾਲ ਗ੍ਰਸਤ ਸਭ ਲੋਗ ਸਿਆਨੇ, ਉਠ ਪੰਡਿਤ ਪੈ ਚਲੇ ਨਿਰਾਸਾ। ਸਿਆਣੇ ਸਿਆਣੇ ਲੋਕ ਜਿਹੜੇ ਆਪਣੇ ਆਪ ਨੂੰ ਵਿਦਵਾਨ ਅਖਵਾਉਂਦੇ ਸੀ, ਪੰਡਤ ਜਿਹੜੇ ਆਪਣੇ ਆਪ ਨੂੰ ਵਿਦਵਾਨ ਅਖਵਾਉਂਦੇ ਸੀ, ਜਿਹੜੇ ਬੜੇ ਸਿਆਣੇ ਆਪਣੇ ਆਪ ਨੂੰ ਅਖਵਾਉਂਦੇ ਸੀ, ਆਤਮਕ ਮੌਤ ਤੋਂ ਬਚ ਨਹੀਂ ਸਕੇ। ਕਾਲ ਗ੍ਰਸਤ ਸਭ ਲੋਕ ਸਿਆਣੇ, ਉਠ ਪੰਡਤ ਪੈ ਚਲੇ ਨਿਰਾਸਾ। ਸਿਆਣੇ ਸਿਆਣੇ ਲੋਕ, ਵਿਦਵਾਨ ਲੋਕ ਆਤਮਕ ਮੌਤ ਤੋਂ ਬਚ ਨਹੀਂ ਸਕੇ ਜੀਵਨ ਦੇ ਅੰਦਰ ਕਰਮ ਕਾਂਡ ਕਰਕੇ। ਤੇ ਹੋਇਆ ਕਿ ਅੰਤ ਵੇਲਾ ਜਦੋਂ ਆਇਆ, ਇਸ ਸੰਸਾਰ ਤੋਂ ਨਿਰਾਸ਼ ਹੀ ਉੱਠ ਕੇ ਚਲੇ ਗਏ, ਨਿਰਾਸ਼ ਹੀ ਉੱਠ ਕੇ ਚਲੇ ਗਏ। ਕਿਉਂਕਿ ਨਿਰਾਸ਼ਾ ਹੀ ਕੇਵਲ ਪੱਲੇ ਪਈ ਇਹਨਾਂ ਕਰਮ ਕਾਂਡਾਂ ਨੂੰ ਕਰਨ ਤੇ। ਕਿਉਂਕਿ ਜਿਹੜੇ ਆਪਾਂ ਕਰਾਂਗੇ, ਜਮ ਜਗਾਤੀਆ ਜਿਹੜਾ ਹੈ, ਮਸੂਲੀਆ ਜਿਹੜਾ ਹੈ, ਉਹ ਇਹਨਾਂ ਨੂੰ ਸਾਰਿਆਂ ਨੂੰ ਰਾਹ ਵਿੱਚ ਹੀ ਲੁੱਟ ਲੈਂਦਾ ਹੈ। ਅੰਤ ਵੇਲੇ ਕੁਝ ਨਾਲ ਨਹੀਂ ਜਾਂਦਾ। ਭਗਤ ਜੀ ਆਖਦੇ ਨੇ ਕੇਵਲ ਤੇ ਕੇਵਲ ਨਿਰਾਸ਼ਾ ਹੀ ਪੱਲੇ ਪੈਂਦੀ ਹੈ। ਮਨ ਰੇ ਸਰਿਓ ਨਾ ਏਕੈ ਕਾਜਾ। ਹੇ ਮਨ, ਤੇਰੇ ਕੋਲੋਂ ਇੱਕ ਵੀ ਕੰਮ ਨਹੀਂ ਸਰਿਆ। ਭਾਵ ਤੂੰ ਇੱਕ ਵੀ ਕੰਮ ਨਹੀਂ ਕਰ ਸਕਿਆ, ਇੱਕ ਵੀ ਕੰਮ ਤੂੰ ਸਿਰੇ ਨਹੀਂ ਚਾੜਿਆ। ਭਜਿਓ ਨਾ ਰਘੁਪਤ ਰਾਜਾ। ਪ੍ਰਕਾਸ਼ ਰੂਪ ਵਾਹਿਗੁਰੂ ਪਰਮਾਤਮਾ ਜਿਹੜਾ ਸਭ ਦਾ ਰਾਜਾ ਹੈ, ਉਸ ਵਾਹਿਗੁਰੂ ਪਰਮਾਤਮਾ ਨੂੰ ਤੂੰ ਭਜਿਆ ਨਹੀਂ, ਉਸ ਦਾ ਭਜਨ ਕੀਤਾ ਨਹੀਂ, ਉਸ ਦਾ ਸਿਮਰਨ ਕੀਤਾ ਨਹੀਂ। ਤੇ ਆਪਾਂ ਪੜ੍ਹਦੇ ਆ ਨਾ, ਸਿਮਰਨ ਭਜਨ ਦਇਆ ਨੇ ਕੀਨੀ, ਤਉ ਮੁਖ ਚੋਟਾਂ ਖਾਏਗਾ। ਧਰਮ ਰਾਏ ਜਬ ਲੇਖਾ ਮੰਗੈ, ਕਿਆ ਮੁਖ ਲੈ ਕੇ ਜਾਏਗਾ। ਕਹਿਤ ਕਬੀਰ ਸੁਨੋ ਰੇ ਸੰਤੋ, ਸਾਧ ਸੰਗਤ ਤਰ ਜਾਏਗਾ। ਨਾਨਕ ਆਖੇ ਰੇ ਮਨਾ, ਸੁਣੀਐ ਸਿੱਖ ਸਹੀ। ਲੇਖਾ ਰੱਬ ਮਗੇਸੀਆ, ਬੈਠਾ ਕੱਢ ਵਹੀ। ਤਲਬਾ ਪੌਸਨ ਆਕੀਆਂ, ਬਾਕੀ ਜਿੰਨਾ ਰਹੀ। ਅਜ਼ਰਾਈਲ ਫਰਿਸ਼ਤਾ ਹੋਸੀ ਆਏ ਤਈ, ਆਵਨ ਜਾਨ ਨਾ ਸੁਝਈ। ਭੀੜੀ ਗਲੀ ਫਹੀ, ਕੂੜ ਨਿਖੁੱਟੇ ਨਾਨਕਾ, ਊੜਕ ਸੱਚ ਰਹੀ। ਤੇਰੇ ਕੋਲ ਇੱਕ ਵੀ ਕੰਮ ਨਹੀਂ ਹੋਇਆ। ਕਿਹੜਾ? ਵਾਹਿਗੁਰੂ ਪਰਮਾਤਮਾ ਜਿਹੜਾ ਪ੍ਰਕਾਸ਼ ਰੂਪ ਹੈ, ਸਭ ਦਾ ਰਾਜਾ ਹੈ, ਉਸ ਦਾ ਭਜਨ ਕਰਨ ਵਾਲਾ, ਸਿਮਰਨ ਕਰਨ ਵਾਲਾ। ਰਹਾਉ ਬਨ ਖੰਡ ਜਾਏ, ਜੋਗ ਤਪ ਕੀਨੋ। ਕੰਦ ਮੂਲ ਚੁਨ ਖਾਇਆ। ਸੁੰਦਰ ਘਰ ਵੀ ਛੱਡਿਆ, ਸੋਹਣੇ ਆਸਨ ਵੀ ਛੱਡੇ। ਬਨਖੰਡ ਜੰਗਲਾਂ ਵਿੱਚ ਚਲਾ ਗਿਆ। ਉੱਥੇ ਜਾ ਕੇ ਕੀ ਕੀਤਾ? ਯੋਗ ਸਾਧਨਾ ਕੀਤੀ। ਤਪ ਜਿਹੜੇ ਸੀ ਉਹ ਆਪਣੇ ਜੀਵਨ ਦੇ ਅੰਦਰ ਕੀਤੇ। 36 ਪਦਾਰਥ ਖਾਣ ਦੀ ਬਜਾਏ ਕੰਦ ਮੂਲ ਹੀ ਖਾਇਆ। ਕੰਦ ਮੂਲ ਇੱਕ ਪਦਾਰਥ ਵੀ, ਤੇ ਕੰਦ ਮੂਲ ਦੇ ਅਰਥ ਆਮ ਤੌਰ ਤੇ ਗਾਜਰ ਮੂਲੀ ਵੀ ਕੀਤੇ ਜਾਂਦੇ ਨੇ। ਕੰਦ ਮੂਲ ਦੇ ਅਰਥ ਗਾਜਰ ਮੂਲੀ ਇਤਿਆਦ ਵੀ ਕੀਤੇ ਜਾਂਦੇ ਨੇ। ਭਾਵ ਇਹ, ਤੂੰ ਜੰਗਲਾਂ ਦੇ ਵਿੱਚ ਜਾ ਕੇ ਖਾਧਾ, ਚੁਣ ਚੁਣ ਕੇ, ਲੱਭ ਲੱਭ ਕੇ। ਤੂੰ ਜੰਗਲ ਵਿੱਚ ਚਲਾ ਗਿਆ, ਯੋਗ ਸਾਧਨਾ ਵੀ ਸਾਧੀ, ਤਪ ਵੀ ਕੀਤੇ, ਤੇ ਕੰਦ ਮੂਲ ਗਾਜਰ ਮੂਲੀ ਆਦਿ ਖਾ ਕੇ ਆਪਣਾ ਗੁਜ਼ਾਰਾ ਕੀਤਾ। ਨਾਦੀ ਬੇਦੀ ਸ਼ਬਦੀ ਮੋਨੀ, ਜਮ ਕੇ ਪਟੈ ਲਿਖਾਇਆ। ਨਾਦੀ, ਨਾਦ ਵਜਾਣ ਵਾਲੇ, ਬੇਦੀ ਕਰਮ ਕਾਂਡ ਕਰਨ ਵਾਲੇ,
ਮੌਨੀ ਮੌਨ ਧਾਰਨ ਕਰਨ ਵਾਲੇ, ਇਹ ਜਿੰਨੇ ਹਨ ਸਾਰੇ ਹੀ ਸ਼ਬਦ, ਸ਼ਬਦੀ ਤੋਂ ਭਾਵ ਅਲੱਖ ਅਲੱਖ ਆਪਣੇ ਮੂੰਹ ਤੋਂ ਉਚਾਰਨ ਵਾਲੇ। ਆ ਤੁਸੀਂ ਵੇਖਦੇ ਹੋ ਕਈ ਲੋਕ ਤੁਹਾਡੇ ਘਰਾਂ ਦੇ ਵਿੱਚ ਕਈ ਵਾਰੀ ਭੀਖ ਮੰਗਰ ਆਉਂਦੇ ਨੇ, ਔ ਲੱਖ ਨਿਰੰਜਨ ਵੀ ਕਹਿਣਗੇ। ਇੱਥੇ ਸ਼ਬਦੀ ਤੋਂ ਭਾਵ ਅਲੱਖ ਅਲੱਖ ਸ਼ਬਦ ਉਚਾਰਨ ਵਾਲੇ, ਤੇ ਨਾਲ ਹੀ ਕਹਿੰਦੇ ਨੇ ਮੌਨ ਧਾਰਨ ਕਰਨ ਵਾਲੇ। ਇਹਨਾਂ ਨੇ ਕਰਮ ਤਾਂ ਬੜੇ ਸਖਤ ਕੀਤੇ, ਕਿਉਂਕਿ ਸਾਧ ਸੰਗਤ ਕਰਮ ਕਾਂਡ ਕਰਨੇ ਸੌਖੇ ਨਹੀਂ, ਪੈਸਾ ਵੀ ਲੱਗਦਾ ਹੈ, ਸਮਾਂ ਵੀ ਲੱਗਦਾ ਹੈ। ਪਰ ਮਹਾਰਾਜ ਨੇ ਇੱਕ ਗੱਲ ਪਾਵਨ ਬਾਣੀ ਦੇ ਅੰਦਰ ਕੀਤੀ, ਛੋੜ ਛੋੜ ਰੇ ਪਖੰਡੀ ਕਪਟ ਨਾ ਕੀਜੈ, ਹਰ ਕਾ ਨਾਮ ਨਿਤ ਨਿਤੈ ਲੀਜੈ। ਮਹਾਰਾਜ ਆਖਦੇ ਨੇ ਤੂੰ ਆਪਣੇ ਜੀਵਨ ਦੇ ਅੰਦਰ ਨਾਦੀ ਵੀ ਬਣਿਆ, ਸ਼ਬਦੀ ਵੀ ਬਣਿਆ, ਮੋਨੀ ਵੀ ਬਣਿਆ ਤੇ ਬੇਦੀ ਵੀ ਬਣਿਆ। ਇਹ ਸਾਰੇ ਕਰਮ ਤੂੰ ਕੀਤੇ, ਪਰ ਹੋਇਆ ਕਿ ਕਾਲ ਦੇ ਪਟੇ ਵਿੱਚ ਤੇਰਾ ਨਾਮ ਲਿਖਿਆ ਗਿਆ। ਭਾਵ ਤੇਰੇ ਉੱਤੇ ਵੀ ਮੌਤ ਨੇ ਆਪਣਾ ਪ੍ਰਭਾਵ ਪਾਇਆ। ਜਮ ਦੀ ਮਾਰ ਤੋਂ ਤੂੰ ਵੀ ਨਹੀਂ ਬਚ ਸਕਿਆ। ਜਮ ਕੇ ਪਟੇ ਲਿਖਾਇਆ ਤੋਂ ਭਾਵ ਜਮ ਦੀ ਡਾਇਰੀ ਵਿੱਚ ਤੇਰਾ ਵੀ ਨਾਮ ਲਿਖਿਆ ਗਿਆ, ਤੂੰ ਵੀ ਉਸ ਦੇ ਨਿਗਾਹ ਦੇ ਵਿੱਚ ਆ ਗਿਆ। ਇਹ ਸਾਰੇ ਕਰਮ ਕਾਂਡ ਕਰਦਿਆਂ ਕਿਉਂਕਿ ਗ੍ਰਹਿ ਤਜ ਬਨਖੰਡ ਜਾਈਐ, ਚੁਨ ਖਾਈਐ ਕੰਦਾ, ਅਜੋ ਵਿਕਾਰ ਨਾ ਛੋੜਈ ਪਾਪੀ ਮਨ ਮੰਦਾ। ਕਿਉਂਕਿ ਮਹਾਰਾਜ ਕਿਰਪਾ ਕਰਦੇ ਨੇ, ਇੱਥੇ ਕੋਈ ਗਾਵੇ ਨਾਦੀ ਬੇਦੀ ਬਹੁ ਭਾਂਤ ਕਰ, ਨਹੀਂ ਹਰ ਹਰ ਪੀਜੈ ਰਾਮ ਰਾਜੇ। ਜਿਨ੍ਹਾਂ ਅੰਤਰ ਕਪਟ ਵਿਕਾਰ ਹੈ, ਤਿੰਨਾ ਰੋਏ ਕਿਆ ਕੀਜੈ, ਹਰ ਕਰਤਾ ਸਭ ਕਿਛ ਜਾਣਦਾ, ਸਿਰ ਰੋਗ ਹੱਥ ਦੀਜੈ। ਇੱਥੇ ਮਹਾਰਾਜ ਕਿਰਪਾ ਕਰਦੇ ਨੇ, ਤੂੰ ਕਰਮ ਇਹ ਸਾਰੇ ਕੀਤੇ, ਪਰ ਜਮ ਦੀ ਨਿਗਾਹ ਦੇ ਵਿੱਚ ਤੂੰ ਹੈ, ਜਮ ਦੇ ਪਟੇ ਵਿੱਚ ਤੂੰ ਲਿਖਿਆ ਗਿਆ ਹੈ। ਭਗਤ ਨਾਰ ਦੀ ਹਿਰਦੈ ਨਾ ਆਈ, ਕਾਸ਼ ਕੂਸ਼ ਤਨ ਦੀਨਾ। ਸਰੀਰ ਨੂੰ ਤੂੰ ਕਾਸ਼ ਕੂਸ਼ ਕੀਤਾ। ਕਾਸ਼ ਕੂਸ਼ ਤੋਂ ਭਾਵ ਸਰੀਰ ਤੇ ਬੜੇ ਚੱਕਰ ਬਣਾਏ, ਬੜੇ ਅੱਖਰ ਲਿਖ ਲੈ। ਆ ਤੁਸੀਂ ਵੇਖਿਆ ਨੇ ਬਹੁਤ ਸਾਰੇ ਲੋਕ ਆਪਣੇ ਸਰੀਰ ਦੀਆਂ ਬਾਹਾਂ ਕੀ, ਮੱਥਾ ਕੀ, ਹੋਰ ਅੰਗ, ਇਹਨਾਂ ਦੇ ਉੱਤੇ ਕਈ ਤਰ੍ਹਾਂ ਦੇ ਚੱਕਰ ਚਿੰਨ੍ਹ ਵੀ ਬਣਾ ਲੈਂਦੇ ਨੇ, ਕਈ ਤਰ੍ਹਾਂ ਦੇ ਅੱਖਰ ਲਿਖ ਲੈਂਦੇ ਨੇ। ਮਹਾਰਾਜ ਆਖਦੇ ਨੇ ਸਰੀਰ ਦੇ ਉੱਤੇ ਤੂੰ ਚੱਕਰ ਚਿੰਨ੍ਹ ਤਾਂ ਬੜੇ ਬਣਾਏ, ਪਰ ਨਾਲ ਹੀ ਮਹਾਰਾਜ ਆਖਦੇ ਨੇ ਭਗਤ ਨਾਰਦੀ ਤੇਰੇ ਹਿਰਦੇ ਵਿੱਚ ਨਹੀਂ ਆਈ। ਭਗਤ ਨਾਰਦੀ ਤੋਂ ਭਾਵ ਪ੍ਰੇਮਾ ਭਗਤੀ। ਪ੍ਰੇਮਾ ਭਗਤੀ ਤੂੰ ਆਪਣੇ ਜੀਵਨ ਦੇ ਅੰਦਰ ਨਹੀਂ ਕੀਤੀ, ਕੇਵਲ ਤੇ ਕੇਵਲ ਆਪਣੇ ਸਰੀਰ ਉੱਤੇ ਹੀ ਤੂੰ ਚੱਕਰ ਚਿੰਨ੍ਹ ਬਣਾਉਂਦਾ ਰਿਹਾ। ਰਾਗ ਰਾਗਨੀ ਡਿੰਬ ਹੋਏ ਬੈਠਾ, ਉਨ ਹਰ ਪਹਿ ਕਿਆ ਲੀਨਾ। ਰਾਗ ਰਾਗਨੀਆਂ ਵੀ ਤੂੰ ਗਾਉਂਦਾ ਰਿਹਾ, ਡਿੰਬ ਹੋਏ ਬੈਠਾ। ਡਿੰਬ ਹੋਏ ਬੈਠਾ ਤੋਂ ਪਾਪ ਪਖੰਡ ਵੀ ਕਰਦਾ ਰਿਹਾ, ਵਿਖਾਵਾ ਵੀ ਕਰਦਾ ਰਿਹਾ। ਰਾਗ ਰਾਗਨੀ ਡਿੰਬ ਹੋਏ ਬੈਠਾ। ਜਿਨ੍ਹਾਂ ਲੋਕਾਂ ਨੇ ਇਹ ਕਰਮ ਕੀਤੇ, ਉਹਨਾਂ ਨੇ ਹਰੀ ਕੋਲੋਂ ਕੀ ਲੈ ਲਿਆ? ਮਹਾਰਾਜ ਆਖਦੇ ਨੇ ਰਾਗ ਰਾਗਨੀ ਡਿੰਬ ਹੋਏ ਬੈਠਾ, ਉਨ ਹਰ ਪੈ ਕਿਆ ਲੀਨਾ। ਉਹਨਾਂ ਨੂੰ ਵਾਹਿਗੁਰੂ ਕੋਲੋਂ ਕੀ ਮਿਲਿਆ? ਭਾਵ ਕੁਝ ਵੀ ਨਹੀਂ ਮਿਲਿਆ। ਵਾਹਿਗੁਰੂ ਦੀ ਕਿਰਪਾ ਉਹਨਾਂ ਉੱਤੇ ਨਹੀਂ ਹੋਈ। ਜਿਨ੍ਹਾਂ ਨੇ ਹੋਰ ਕਰਮ ਤਾਂ ਬੜੇ ਕੀਤੇ, ਪਰ ਵਾਹਿਗੁਰੂ ਪਰਮਾਤਮਾ ਦੀ ਪ੍ਰੇਮਾ ਭਗਤੀ ਨਹੀਂ ਕੀਤੀ। ਪਰਿਓ ਕਾਲ ਸਬੈ ਜਗ ਉਪਰ, ਮਾਹੇ ਲਿਖੇ ਭ੍ਰਮ ਗਿਆਨੀ। ਹੁਣ ਮੌਤ ਨੇ ਤਾਂ ਸਾਰੇ ਜਗਤ ਨੂੰ ਸਾਧ ਸੰਗਤ ਆਪਣੀ ਗ੍ਰਿਫਤ ਵਿੱਚ ਲੈਣਾ ਹੈ, ਆਪਣੇ ਜਿਹੜਾ ਹੈ ਨਾ ਉਹ ਕਲਵੇ ਵਿੱਚ ਲੈਣਾ ਹੈ, ਆਪਣੇ ਅਧੀਨ ਉਹਨੇ ਕਰਨਾ ਹੈ। ਪਰਿਓ ਕਾਲ ਸਭੇ ਜਗ ਉਪਰ, ਮਾਹੇ ਲਿਖੇ ਭ੍ਰਮ ਗਿਆਨੀ। ਤੇ ਇਹੋ ਜੈ ਜਿਹੜੇ ਆਪਣੇ ਆਪ ਨੂੰ ਅਖਵਾਉਂਦੇ ਤਾਂ ਸਿਆਣੇ ਨੇ, ਪੰਡਤ ਨੇ, ਗਿਆਨੀ ਨੇ, ਉਹ ਵੀ ਭ੍ਰਮ ਗਿਆਨੀ ਹੋ ਗਏ। ਉਹਨਾਂ ਨੂੰ ਇੱਥੇ ਭਗਤ ਜੀ ਨੇ ਕਿਹਾ ਭ੍ਰਮ ਗਿਆਨੀ, ਭਟਕਣਾ ਵਿੱਚ ਪਏ ਹੋਏ ਗਿਆਨੀ। ਗਿਆਨੀ ਸ਼ਬਦ ਮਾੜਾ ਨਹੀਂ, ਪਰ ਨਾਲ ਭਰਮ ਗਿਆਨੀ ਕਿਹਾ ਹੈ, ਭਟਕਣਾ ਵਿੱਚ ਪਿਆ ਹੋਇਆ ਗਿਆਨੀ। ਜਿੱਥੇ ਕਾਲ ਨੇ ਸਾਰਿਆਂ ਨੂੰ ਆਪਣੇ ਅਧੀਨ ਕਰ ਲਿਆ, ਸਾਰਿਆਂ ਉੱਤੇ ਆਪਣਾ ਪ੍ਰਭਾਵ ਪਾਇਆ,
ਉਸ ਕਾਲ ਤੋਂ ਇਹੋ ਜਿਹੇ ਭ੍ਰਮ ਗਿਆਨੀ ਜਿਹੜੇ ਨੇ ਉਹ ਬਚ ਨਹੀਂ ਸਕੇ। ਕਹੋ ਕਬੀਰ ਜਨ ਭਏ ਖਾਲਸੇ, ਪ੍ਰੇਮ ਭਗਤ ਜਿਹ ਜਾਨੀ। ਹਾਂ, ਜਿਨ੍ਹਾਂ ਨੇ ਕਬੀਰ ਸਾਹਿਬ ਜੀ ਆਖਦੇ ਨੇ ਆਪਣੇ ਜੀਵਨ ਦੇ ਅੰਦਰ ਪ੍ਰੇਮਾ ਭਗਤੀ ਕੀਤੀ, ਵਾਹਿਗੁਰੂ ਪਰਮਾਤਮਾ ਨਾਲ ਪਿਆਰ ਕੀਤਾ, ਵਾਹਿਗੁਰੂ ਦੀ ਕਿਰਪਾ ਦੇ ਪਾਤਰ ਬਣੇ, ਉਹ ਖਾਲਸੇ ਹੋ ਗਏ, ਉਹ ਆਜ਼ਾਦ ਹੋ ਗਏ। ਕਿਉਂਕਿ ਸਾਧ ਸੰਗਤ ਆਪਾਂ ਰੋਜ਼ ਪੜ੍ਹਦੇ ਹਾਂ, ਜਾਗਤ ਜੋਤ ਜਪੈ ਨਿਸ ਬਾਸੁਰ, ਏਕ ਬਿਨਾ ਮਨ ਨੈਕ ਨ ਆਨੈ, ਪੂਰਨ ਪ੍ਰੇਮ ਪ੍ਰਤੀਤ ਸਜੈ, ਬ੍ਰਤ ਗੋਰ ਮੜੀ ਮਟ ਭੂਲ ਨ ਮਾਨੈ, ਤੀਰਥ ਦਾਨ ਦਇਆ ਤਪ ਸੰਜਮ, ਏਕ ਬਿਨਾ ਨ ਏਕ ਪਛਾਨੈ, ਪੂਰਨ ਜੋਤ ਜਗੈ ਘਟ ਮੈਂ, ਤਬ ਖਾਲਸ ਤਾਹੇ ਨਖਾਲਸ ਜਾਣੈ, ਭਰਮ ਭੇਖ ਤੇ ਰਹੇ ਨਿਆਰਾ, ਸੋ ਖਾਲਸਾ ਸਤਿਗੁਰੂ ਹਮਾਰਾ। 10 ਗੁਰੂ ਸਾਹਿਬਾਨ ਨੇ ਗੁਰੂ ਨਾਨਕ ਪਾਤਸ਼ਾਹ ਤੋਂ ਲੈ ਕੇ ਸਾਧ ਸੰਗਤ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਤੱਕ ਪੂਰਨ ਮਨੁੱਖ 230 ਸਾਲ ਲਾ ਕੇ ਪੈਦਾ ਕੀਤਾ। 1469 ਦੇ ਅੰਦਰ ਬਾਬਾ ਨਾਨਕ ਜੀ ਆਏ, 1699 ਦੇ ਅੰਦਰ ਖੰਡੇ ਬਾਟੇ ਦਾ ਅੰਮ੍ਰਿਤ ਛਕਾਇਆ ਗਿਆ। 230 ਸਾਲ ਲੱਗੇ। ਪ੍ਰਿੰਸੀਪਲ ਸਤਬੀਰ ਸਿੰਘ ਜੀ ਦੇ ਲਿਖਣ ਮੁਤਾਬਕ ਉਹ ਕਹਿੰਦੇ ਨੇ ਆਦਮ ਨੂੰ ਵੀ ਬਣਾਉਂਦੇ ਆ 230 ਸਾਲ ਲੱਗ ਗਏ, ਪਰ ਜਦੋਂ ਸ਼ੈਤਾਨ ਨੂੰ ਕਿਹਾ ਨਾ ਵੀ ਇਸ ਤੇ ਅੱਗੇ ਝੁਕ, ਤੇ ਉਹ ਆਕੀ ਹੋ ਗਿਆ, ਨਹੀਂ ਝੁਕਿਆ। ਸਾਧ ਸੰਗਤ ਧਿਆਨ ਦੇਵਿਓ, 230 ਸਾਲ ਹੀ ਲੱਗੇ ਪੂਰਨ ਮਨੁੱਖ ਨੂੰ ਬਣਾਉਂਦਿਆਂ ਬਾਬਾ ਨਾਨਕ ਜੀ ਨੂੰ। ਜਿਹੜਾ ਕੰਮ ਬਾਬਾ ਨਾਨਕ ਜੀ ਨੇ ਆਰੰਭ ਕੀਤਾ, 10ਵੇਂ ਪਾਤਸ਼ਾਹ ਨੇ ਉਸ ਨੂੰ ਸਿਰੇ ਚੜਾਇਆ ਤੇ ਉਹਨੂੰ ਖਾਲਸੇ ਦਾ ਰੂਪ ਦਿੱਤਾ। ਪਰ ਸਾਧ ਸੰਗਤ ਖਾਲਸੇ ਨੇ ਉਹਨਾਂ ਲੋਕਾਂ ਨੂੰ ਇਸ ਪਾਸੇ ਆਉਣ ਤੋਂ ਰੋਕਿਆ ਜਿਹੜੇ ਹਮੇਸ਼ਾ ਹਿੰਦੁਸਤਾਨ ਨੂੰ ਆਪਣਾ ਪੈਦਾਨਾ ਬਣਾ ਕੇ, ਪੈਰ ਝਾੜ ਕੇ ਹਿੰਦੁਸਤਾਨ ਦੀ ਜਿਹੜੀ ਇੱਜ਼ਤ ਸੀ, ਆਬਰੂ ਸੀ, ਇਹਨੂੰ ਲੁੱਟਦੇ ਸਨ। ਕੇਵਲ ਦੁਨਿਆਵੀ ਖਜ਼ਾਨਾ ਨਹੀਂ, ਬਲਕਿ ਬਹੁ ਬੇਟੀਆਂ ਨੂੰ ਵੀ ਲੈ ਕੇ ਜਾਂਦੇ ਸਨ। ਉਹਨਾਂ ਨੂੰ ਕੇਵਲ ਤੇ ਕੇਵਲ ਖਾਲਸੇ ਨੇ ਰੋਕ ਪਾਈ ਤੇ ਆਖਦੇ ਸਨ, ਉਸ ਵੇਲੇ ਇਹ ਆਵਾਜ਼ ਗੂੰਜਦੀ ਸੀ, ਮੋੜੀ ਵੇ ਬਾਬਾ ਕੱਛ ਵਾਲਿਆ, ਗਈ ਨਾਰ ਬਸ਼ਰੇ ਨੂੰ ਗਈ। ਸਤਿਗੁਰੂ ਕਿਰਪਾ ਕਰਨ, ਕਹੋ ਕਬੀਰ ਜਨ ਭਏ ਖਾਲਸੇ, ਪ੍ਰੇਮ ਭਗਤ ਜਿਹ ਜਾਨੀ। ਜਿਨ੍ਹਾਂ ਨੇ ਵਾਹਿਗੁਰੂ ਪਰਮਾਤਮਾ ਦੀ ਪ੍ਰੇਮਾ ਭਗਤੀ ਕੀਤੀ, ਉਹ ਖਾਲਸੇ ਆਜ਼ਾਦ ਹੋ ਗਏ, ਮੁਕਤ ਹੋ ਗਏ। ਉਹ ਕਿਸੇ ਬੰਧਨ ਦੇ ਅੰਦਰ ਨਹੀਂ ਪੈਂਦੇ, ਕਿਸੇ ਕਰਮ ਕਾਂਡ ਦੇ ਅੰਦਰ ਨਹੀਂ ਪੈਂਦੇ। ਕੇਵਲ ਤੇ ਕੇਵਲ ਆਪਣੇ ਜੀਵਨ ਦੇ ਅੰਦਰ ਪ੍ਰੇਮਾ ਭਗਤੀ ਕਰਦੇ ਨੇ। ਸਮੁੱਚੇ ਸ਼ਬਦ ਦਾ ਭਾਵ ਅਰਥ ਇਹ ਹੈ, ਜੇ ਰੱਬ ਨੇ ਸਾਨੂੰ 84 ਲੱਖ ਜੂਨਾਂ ਦੇ ਵਿੱਚੋਂ ਉੱਤਮ ਦੇਹੀ ਮਨੁੱਖਾ ਦੇਹੀ ਦਿੱਤੀ ਹੈ, ਇਹਨੂੰ ਪ੍ਰਾਪਤ ਕਰਕੇ ਗੁਰੂ ਦੀ ਕਿਰਪਾ ਦੇ ਪਾਤਰ ਬਣੀਏ, ਗੁਰੂ ਦੀ ਮੱਤ ਨੂੰ ਜੀਵਨ ਅੰਦਰ ਧਾਰਨ ਕਰੀਏ, ਸਿਮਰਨ ਕਰੀਏ, ਬੰਦਗੀ ਕਰੀਏ, ਨਿਤਨੇਮ ਕਰੀਏ ਤੇ ਬਾਣੀ ਬਾਣੇ ਦੇ ਧਾਰਨੀ ਆਪਣੇ ਜੀਵਨ ਦੇ ਅੰਦਰ ਹੋਈਏ। ਸਾਧ ਸੰਗਤ, ਅੱਜ ਪਰਮ ਗੁਰੂ ਗੁਰੂ ਨਾਨਕ ਦੇਵ ਜੀ ਮਹਾਰਾਜ, ਉਹਨਾਂ ਦਾ ਆਗਮਨ ਪੁਰਬ ਹੈ। ਸਤਿਗੁਰੂ ਮਹਾਰਾਜ ਦੇ ਆਗਮਨ ਪੁਰਬ ਦੇ ਸੰਬੰਧ ਵਿੱਚ ਭਾਈ ਗੁਰਦਾਸ ਜੀ ਨੇ ਬੜੇ ਸੁੰਦਰ ਬਚਨ ਕਹੇ ਨੇ। ਭਾਈ ਸਾਹਿਬ ਜੀ ਕਿਰਪਾ ਕਰਦੇ ਨੇ, ਸੁਣੀ ਪੁਕਾਰ ਦਤਾਰ ਪ੍ਰਭ, ਗੁਰੂ ਨਾਨਕ ਜਗ ਮਾਹੇ ਪਠਾਇਆ। ਵਾਹਿਗੁਰੂ ਪਰਮਾਤਮਾ ਨੇ ਧਰਤੀ ਦੀ ਪੁਕਾਰ ਕਹਿ ਲਈਏ, ਧਰਤੀ ਤੇ ਵਸਣ ਵਾਲੇ ਲੋਕਾਂ ਦੀ ਪੁਕਾਰ ਕਹਿ ਲਈਏ, ਧਰਮ ਦੀ ਪੁਕਾਰ ਕਹਿ ਲਈਏ, ਸੁਣੀ ਤੇ ਗੁਰੂ ਨਾਨਕ ਬਾਬਾ ਜੀ ਨੂੰ ਇਸ ਮਾਤ ਲੋਕ ਦੇ ਅੰਦਰ ਭੇਜਿਆ। ਕਿਉਂਕਿ ਉਸ ਵੇਲੇ ਧਰਮ ਨਾਮ ਦੀ ਕੋਈ ਚੀਜ਼ ਨਹੀਂ ਸੀ। ਧਰਮ ਤੇ ਸ਼ਰਮ, ਇਹ ਦੋਵੇਂ ਚੀਜ਼ਾਂ ਖੰਭ ਲਾ ਕੇ ਉੱਡ ਗਈਆਂ ਸੀ। ਕਾਜ਼ੀਆਂ ਬਾਹਮਣਾਂ ਦੀ ਗੱਲ ਥੱਕ ਗਈ ਸੀ। ਕਿਉਂਕਿ ਜਦੋਂ ਆਪਾਂ ਭਾਈ ਸਾਹਿਬ ਜੀ ਦੇ ਬਚਨ ਪੜ੍ਹਦੇ ਹਾਂ ਤੇ ਭਾਈ ਸਾਹਿਬ ਜੀ ਕਿਰਪਾ ਕਰਦੇ ਨੇ,
कल आई कुत्ते मोही, खाज हुआ मुर्दार गुसाई। राजे पाप कमाम दे, उल्टी वाड़ खेत को खाई। प्रजा अंधी ज्ञान बिन, कूड़ कुसत मुखों अलाई। चेले साज वजांदे, नचन गुरु बहु विध भाई। सेवक बैठन घरां विच, गुरु उठ घरी तिनाड़े जाई। काजी होए रिश्वती, वड्डी लैके हक गवाई। इस्त्री पुरखे दाम हित, भावें आए किथाऊं जाई। वरत्या पाप सबस जग माई। भई गिलान जगत विच, चार वर्ण आश्रम पाए। 10 नाम सन्यासियां, जोगी 12 पंच लाए। जंगम अते सरेवड़े, दगे दिगंबर वाद कराए। ब्रह्मन बहु प्रकार कर, शास्त्र वेद पुराण लड़ाए। खड़ दर्शन बहु भेक कर, नाल 36 पखंड लाए। तंत मंत्र रसायना, करा मात कालिक लपटाए। इकस्ते बहु रूप कर, रूप करूपी करें दिखाए। कल युग अंदर भरम भुलाए। भाई साहब कहते ने पाप ही पाप है, भटकना ही भटकना है। क्योंकि हर बंदा अपनी जिम्मेवारी नूं भुल चुका है। काजी, ब्राह्मण ते नाल जोगी, इन्हां ने संसार नूं चंगे पासे तोरना सी, धर्म की गल दसनी सी, रब नाल जोड़ना सी। पर गुरु नानक पातशाह जी आप आखदे ने, कादी कूड़ बोल मल खाए। ब्राह्मण नहावै जियां घाए। जोगी जुगत न जाने अंध, तीने उजाड़े का बंद। ये उजाड़न वाले पासे लगे हुए ने, जिन्हां ने लोकां नूं धर्म की गल दसनी सी, रब दे नाल प्यार करन दी गल दसनी सी। ये साध संगत आप ओझरे पै गए। ते बाबा नानक जी ने ये बचन कहे, आपां पढ़दे हन, कल काती राजे कसाई। धर्म पंकर उडरिया, कूड़ अमावस सच अंदरमा। देसे नाही कह चढ़िया, हऊं भाल विकुन्नी होई। अंधेरे राह न कोई, विच हऊं मैं कर दुख रोई। कहो नानक किन बिद गत होई। राजे शीं मुकदम कुत्ते, जाए जगायन बैठे सुते। चाकर नेंदा पायन घाओ, रत पित कुत्तियो चढ़ जाओ। उस वेले राजनीतिक, धार्मिक, समाजिक दुर्दशा ऐसी सी। सुनी पुकार दतार प्रभ, गुरु नानक जग माए पठाया। बाबा नानक जी इस मात लोक दे अंदर आए। साध संगत वैसे सतगुरां दी पावन बाणी नूं आपां पढ़ीए। आप नारायण कला धार, जग में परवरियो वाले बचन ने। या आपां पढ़दे हां, गुर गोबिंद गोबिंद गुरु है, नानक भेद ना पाई। सतगुरु आए ने मात लोक दे अंदर। सत्कारयोग पिता बाबा कालू जी दे घर, सत्कारयोग माता तृप्ता जी दे घर। साध संगत जिन्हों पहला रायपुर भी कहा जाता सी, राय भोए की तलवंडी भी कहा जाता सी। अज आपां सत्कार नाल बाबा नानक जी का उत्थे आगमन होया ते उन्होंने ननकाना साहिब कहते हैं। सतगुरु महाराज बाबा कालू जी के घर विच आए ने। संमत 1526 ते सन 1469 सतगुरु महाराज का आगमन होया। आगमन वेले पहली औरत है जिस उत्ते गुरु नानक पातशाह जी की कृपा हुई, जिन्हों आपां दौलता कहने आ, दौलतां दाई, ਜਿਹੜੀ ਬੱਚੇ ਨੂੰ ਜਨਮ ਦੇਣ ਦੇ ਵੇਲੇ ਜਨਮ ਦੇ ਵੇਲੇ ਘਰ ਵਿੱਚ ਆਂਦੀ ਸੀ। ਉਸ ਵੇਲੇ ਦੌਲਤਾਂ ਦਾਈ ਕੋਲ ਹੈ, ਪਰ ਸਾਧ ਸੰਗਤ ਜੋ ਕੁਝ ਉਹਨੇ ਵੇਖਿਆ, ਜੋ ਕੁਝ ਉਹਨੇ ਡਿੱਠਾ, ਜੋ ਕੁਝ ਉਸਨੇ ਤੱਕਿਆ, ਜੋ ਕੁਝ ਉਸਨੂੰ ਮਹਿਸੂਸ ਹੋਇਆ, ਜਿਹੜੀ ਕਿਰਪਾ ਬਾਬਾ ਨਾਨਕ ਤੇ ਹੋਈ, ਬਾਬਾ ਨਾਨਕ ਨੇ ਕੀਤੀ ਦਾਈ ਦੇ ਉੱਤੇ, ਉਹ ਸਾਰੀ थोड़े जिहा अखरां दे विच विद्वानां ने बयान की। कहंदे ने बाबा कालू जी बाहर उड़ीक रहे ने, कदों वधाई
ਮੈਨੂੰ ਦੌਲਤਾਂ ਆ ਕੇ ਦੇਵੇ ਤੇ ਮੈਂ ਉਹਨੂੰ ਦੌਲਤ ਦਾ ਥਾਲ ਦੇਵਾਂ। ਪਰ ਜਦੋਂ ਦੌਲਤਾਂ ਆਪਣੀ ਜ਼ਿੰਮੇਵਾਰੀ ਨਿਭਾ ਕੇ ਬਾਹਰ ਆਈ ਤੇ ਆ ਕੇ ਉਹਨੇ ਬਾਬੇ ਕਾਲੂ ਦੇ ਦੌਲਤ ਦੇ ਥਾਲ ਵੱਲ ਤੱਕਿਆ ਵੀ ਨਹੀਂ। ਸੋਚਿਆ ਸ਼ੈਂਦ ਘੱਟ ਹੈ, ਜਿਸ ਕਾਰਨ ਕਰਕੇ ਮੈਨੂੰ ਵਧਾਈ ਨਹੀਂ ਦਿੱਤੀ। ਆਖਿਆ ਦੌਲਤਾ, ਮੈਂ ਤੈਨੂੰ ਇਹ ਦੌਲਤ ਦੇਣ ਵਾਸਤੇ ਤਿਆਰ ਖੜਾ ਹੋਇਆ, ਕਦੋਂ ਮੈਨੂੰ ਵਧਾਈ ਦੇਵੇਂ, ਕਦੋਂ ਮੈਂ ਤੈਨੂੰ ਦੌਲਤ ਦਾ ਥਾਲ ਦੇਵਾ। ਆਖਣ ਲੱਗੀ, ਰਹਿਣ ਦੇ ਬਾਬਾ ਕਾਲੂ, ਮੈਨੂੰ ਦੌਲਤ ਮਿਲ ਗਈ ਹੈ, ਕਿਉਂਕਿ ਨਾਮ ਦੌਲਤਾਂ ਸੀ ਪਰ ਅੱਜ ਤੱਕ ਕਦੀ ਦੌਲਤ ਦੇ ਦਰਸ਼ਨ ਨਹੀਂ ਹੋਏ। ਅੱਜ ਬਾਬਾ ਨਾਨਕ ਤੇਰੇ ਘਰ ਦੇ ਵਿੱਚ ਪੁੱਤਰ ਬਣ ਕੇ ਆਏ ਨੇ, ਉਹਨਾਂ ਨੇ ਮੇਰੇ ਉੱਤੇ ਕਿਰਪਾ ਕਰ ਦਿੱਤੀ ਹੈ। ਤੇ ਜਦੋਂ ਸਾਧ ਸੰਗਤ ਜਦੋਂ ਹਰਦਿਆਲ ਪੰਡਤ ਆਇਆ, ਉਹਨੇ ਵੀ ਪੁੱਛਿਆ ਸਾਰੇ ਚੱਕਰ ਚਿੰਨ ਜਨਮ ਦੇ ਟਾਈਮ ਜਿਹੜੇ ਸਨ। ਤੇ ਦਾਈ ਦੌਲਤਾਂ ਨੇ ਇੱਕ ਗੱਲ ਕਹੀ, ਕਹਿਣ ਲੱਗੀ, ਮੇਰੇ ਹੱਥਾਂ ਦੇ ਵਿੱਚ ਅਨੇਕਾਂ ਬੱਚਿਆਂ ਨੇ ਜਨਮ ਲਿਆ ਹੈ, ਪਰ ਅੱਜ ਤੱਕ ਜਿੰਨੇ ਬੱਚੇ ਸੰਸਾਰ ਦੇ ਅੰਦਰ ਆਏ ਨੇ ਉਹ ਰੋਣ ਦੀ ਆਵਾਜ਼ ਕਰਦੇ ਸਨ, ਬਾਬਾ ਨਾਨਕ ਜੀ ਰੋਏ ਨਹੀਂ। ਤੇ ਹਰਦਿਆਲ ਪੰਡਤ ਨੇ ਕਿਹਾ ਵੀ ਫਿਰ ਰੋਏ ਨਹੀਂ ਤੇ ਤੁਹਾਨੂੰ ਕਿਵੇਂ ਮਹਿਸੂਸ ਹੋਇਆ ਕਿ ਬਾਬਾ ਨਾਨਕ ਜੀ ਠੀਕ ਹਨ, ਅਰੋਗ ਹਨ? ਕਹਿਣ ਲੱਗੇ, ਰੋਣ ਦੀ ਆਵਾਜ਼ ਮੇਰੇ ਕੰਨਾਂ ਦੇ ਵਿੱਚ ਨਹੀਂ ਪਈ, ਪਰ ਇੱਕ ਸੰਗੀਤਕ ਆਵਾਜ਼ ਮੇਰੇ ਕੰਨਾਂ ਦੇ ਅੰਦਰ ਪਈ ਹੈ, ਜਿਨੇ ਮੈਨੂੰ ਅੰਦਰੋਂ ਹੀ ਸ਼ਾਂਤ ਕਰ ਦਿੱਤਾ, ਮੇਰੇ ਉੱਤੇ ਕਿਰਪਾ ਹੋ ਗਈ। ਸਾਧ ਸੰਗਤ, ਬਾਬਾ ਨਾਨਕ ਜੀ ਹੁਣ ਇਸ ਧਰਤੀ ਤੇ, ਤਲਵੰਡੀ ਦੀ ਧਰਤੀ ਤੇ ਕੁਝ ਕੌਤਕ ਕਰਦੇ ਨੇ ਜਦੋਂ ਵੱਡੇ ਹੁੰਦੇ ਨੇ। ਕਿਉਂਕਿ ਮੈਂ ਇੱਕ ਵਿਦਵਾਨ ਦੇ ਬਚਨ ਪੜ੍ਹ ਰਿਹਾ ਸੀ, ਉਹ ਕਹਿੰਦੇ ਨੇ ਜੇ ਆਪਾਂ ਆਖਣਾ ਹੋਵੇ ਨਾ ਵੀ ਬਾਬਾ ਨਾਨਕ ਕੀ ਨੇ, ਤੇ ਕੇਵਲ ਇੰਨਾ ਕਵਾਂਗੇ ਭਗਤੀ ਦਾ ਰੂਪ ਹਨ। ਕਿਉਂਕਿ ਬਚਪਨ ਤੋਂ ਲੈ ਕੇ ਅਖੀਰ ਤੱਕ 70 ਸਾਲ ਦੀ ਉਮਰ ਤੱਕ ਬਾਬਾ ਨਾਨਕ ਜੀ ਦੇ ਜੀਵਨ ਅੰਦਰ ਭਗਤੀ ਇਉਂ ਚੱਲਦੀ ਰਹੀ ਜਿਵੇਂ ਕੋਈ ਨਦੀ ਇੱਕ ਰਸ ਵਹਿੰਦੀ ਹੋਈ ਆਪਣੇ 100 ਸਾਗਰ ਦੇ ਵਿੱਚ ਮਿਲਣ ਦੇ ਲਈ ਸਾਧ ਸੰਗਤ ਵਗਦੀ ਰਹਿੰਦੀ ਹੈ। ਇਹ ਭਗਤੀ ਨਾਮ ਸਿਮਰਨ ਬਾਬਾ ਨਾਨਕ ਜੀ ਦੇ ਅੰਦਰ ਚੱਲਦਾ ਰਿਹਾ। ਜਦੋਂ ਬੱਚਿਆਂ ਦੇ ਅੰਦਰ ਬੈਠਦੇ ਨੇ, ਉਹਨਾਂ ਨੂੰ ਸਮਾਧੀ ਲਾਣੀ ਸਿਖਾਉਂਦੇ ਨੇ, ਉਹਨਾਂ ਨੂੰ ਨਾਮ ਜਪਾਣਾ ਸਿਖਾਉਂਦੇ ਨੇ, ਵਾਹਿਗੁਰੂ ਦੇ ਨਾਲ ਉਹਨਾਂ ਨੂੰ ਜੋੜਦੇ ਨੇ, ਬਲਕਿ ਲੋੜਵੰਦਾਂ ਦੀ ਸੇਵਾ ਬਚਪਨ ਤੋਂ ਹੀ ਕਰਨੀ ਸ਼ੁਰੂ ਕਰ ਦਿੱਤੀ। ਫਿਰ ਜਦੋਂ ਪੜ੍ਹਨ ਦੇ ਲਾਇਕ ਹੋਏ, 3 ਉਸਤਾਦ ਹੋਏ ਨੇ, ਗੋਪਾਲ ਪਾਂਡਾ, ਬ੍ਰਿਜ ਲਾਲ ਪੰਡਤ, ਕੁਤਬਦੀਨ ਮੌਲਵੀ। ਇਹਨਾਂ ਤਿੰਨਾਂ ਹੀ ਉਸਤਾਦਾਂ ਨੇ ਜਦੋਂ ਦੁਨਿਆਵੀ ਵਿਦਿਆ ਪੜ੍ਹਾਈ ਤੇ ਬਾਬਾ ਨਾਨਕ ਜੀ ਨੇ ਇੱਕੋ ਗੱਲ ਕਹੀ, ਕਹਿਣ ਲੱਗੇ, ਇਸ ਦੇ ਨਾਲ ਨਾਲ ਇਹ ਵੀ ਧਿਆਨ ਰੱਖੀਏ ਕਿ ਇਹ ਪੜ੍ਹੀ ਹੋਈ ਵਿਦਿਆ ਪਰਲੋਕ ਵਿੱਚ ਵੀ ਸਾਡੇ ਕੰਮ ਆਵੇ। ਤੇ ਸਾਨੂੰ ਇਹ ਧਿਆਨ ਰੱਖਣਾ ਚਾਹੀਦਾ ਹੈ, ਵਿਦਿਆ ਵਿਚਾਰੀ ਤਾਂ ਪਰ ਉਪਕਾਰੀ ਵਾਲੀ ਗੱਲ ਜਾਂ ਆਸਾ ਰਾਗ ਦੇ ਅੰਦਰ ਪੱਟੀਏ। ਜਦੋਂ ਆਪਾਂ ਉਹ ਪੜ੍ਹਦੇ ਹਾਂ, ਉਸ ਦੇ ਅੰਦਰ ਵੀ ਦੁਨਿਆਵੀ ਉਸਤਾਦਾਂ ਨੂੰ ਨਹੀਂ ਬਲਕਿ ਸਾਨੂੰ ਸਾਰਿਆਂ ਨੂੰ ਇੱਕ ਸੇਧ ਦਿੱਤੀ ਕਿ ਜੇ ਅਸੀਂ ਲੇਖਾ ਮੁਕਾਣਾ ਹੈ ਤੇ ਵਾਹਿਗੁਰੂ ਪਰਮਾਤਮਾ ਦਾ ਨਾਮ ਆਪਣੇ ਜੀਵਨ ਦੇ ਅੰਦਰ ਜਪੀਏ। ਸਾਧ ਸੰਗਤ, ਇਸੇ ਹੀ ਪਾਵਨ ਧਰਤੀ ਤੇ ਤਲਵੰਡੀ ਦੀ ਸਾਧ ਸੰਗਤ ਬਾਬਾ ਜੀ ਨੇ ਖਰਾ ਸੌਦਾ ਵੀ ਕੀਤਾ ਹੈ। ਖਰੇ ਸੌਦੇ ਤੋਂ ਭਾਵ ਉਹ ਸੌਦਾ ਜਿਸ ਵਿੱਚ ਮਿਲਾਵਟ ਨਾ ਹੋਵੇ। ਬੇਸ਼ੱਕ ਪਿਤਾ ਜੀ ਨੇ ਇਹ ਗੱਲ ਕਹਿ ਕੇ ਤੋਰਿਆ ਸੀ, ਪਰ ਜਦੋਂ ਸਤਿਗੁਰੂ ਮਹਾਰਾਜ ਅਕਾਲ ਪੁਰਖ ਦੀ ਕਿਰਪਾ ਦੇ ਪਾਤਰ ਬਣ ਕੇ ਚੂੜਕਾਨੇ ਦੀ ਮੰਡੀ ਦੇ ਅੰਦਰ ਇੱਕ ਸੌਦਾ ਕਰਕੇ ਆਏ, ਪਿਤਾ ਨੂੰ ਪਸੰਦ ਨਹੀਂ ਆਇਆ, ਪਰ ਸਤਿਗੁਰੂ ਮਹਾਰਾਜ ਖਰਾ ਸੌਦਾ ਕਰਕੇ ਆਏ ਨੇ। ਕਿਉਂਕਿ ਸੰਤ ਰੇਨ ਸਾਧ ਵਰਗਿਆਂ ਨੂੰ ਸਾਧ ਸੰਗਤ ਭੁੱਖੇ ਜਿਹੜੇ ਸਨ ਕਈ ਦਿਨਾਂ ਤੋਂ, ਉਹਨਾਂ ਦੇ ਉੱਤੇ ਕਿਰਪਾ ਕੀਤੀ, ਉਹਨਾਂ ਦੀ ਲੋੜ ਪੂਰੀ ਕੀਤੀ। ਕਿਉਂਕਿ ਖਾਲਕ ਖਲਕ ਮੈਂ ਖਲਕ ਵਸੈ ਰੱਬ ਮਾਏ। ਕਿਉਂਕਿ ਇਹ ਗੱਲ ਆਪਾਂ ਆਮ ਪੜ੍ਹਦੇ ਆ। ਤੇ ਬਾਬਾ ਨਾਨਕ ਨੇ ਜਿਹੜਾ ਲੰਗਰ ਉਹਨਾਂ ਸਾਧਵਾਂ ਨੂੰ ਭੋਜਨ ਖਵਾ ਕੇ ਆਰੰਭ ਕੀਤਾ, ਅੱਜ ਤੱਕ ਵੀ ਆਪਾਂ ਦੇਸ਼ਾਂ ਵਿਦੇਸ਼ਾਂ ਦੇ ਅੰਦਰ ਜਾਈਏ, ਜਿੱਥੇ ਵੀ ਗੁਰੂ ਪਿਆਰੇ ਬੈਠੇ ਹੋਏ ਹਨ, ਲੰਗਰ ਗੁਰੂ ਦੀ ਕਿਰਪਾ ਦੇ ਨਾਲ ਚੱਲਦੇ ਹਨ। ਮੈਂ ਬੇਨਤੀ ਕਰ ਰਿਹਾ ਹਾਂ, ਅੱਜ ਵੀ ਬਾਬਾ ਨਾਨਕ ਨੇ ਸਾਧ ਸੰਗਤ ਜਦੋਂ ਤਿਆਰੀ ਕੀਤੀ, ਬਾਬਾ ਜੀ ਨੂੰ ਬਾਬਾ ਕਾਲੂ ਜੀ ਨੇ ਕੁਝ ਬਚਨ ਵੀ ਕਹੇ। ਮੈਂ ਆਮ ਤੌਰ ਤੇ ਬੇਨਤੀ ਕਰਿਆ ਕਰਦਾ, ਪ੍ਰੋਫੈਸਰ ਸਾਹਿਬ ਸਿੰਘ ਨੇ ਇੱਕ ਗੱਲ ਕਹੀ ਹੈ, ਉਹ ਕਹਿੰਦੇ ਨੇ ਪੁੱਤਰ ਬਰਾਬਰ ਦਾ ਹੋ ਜਾਵੇ ਤੇ ਉਹਨੂੰ ਕੋਈ ਸਾਧ ਸੰਗਤ ਬੋਲ ਵੀ ਗੁੱਸੇ ਦੇ ਵਿੱਚ ਕਿਹਾ ਜਾਵੇ ਨਾ,
ਉਹ ਵੀ ਚਪੇੜ ਮਾਰਨ ਦੇ ਬਰਾਬਰ ਹੁੰਦਾ ਹੈ। ਪ੍ਰੋਫੈਸਰ ਸਾਹਿਬ ਸਿੰਘ ਜੀ ਕਹਿੰਦੇ ਨੇ, ਉਹ ਕਹਿੰਦੇ ਨੇ ਉਹ ਵੀ ਚਪੇੜ ਮਾਰਨ ਦੇ ਬਰਾਬਰ ਹੁੰਦਾ ਹੈ। ਹੁਣ ਘਰ ਦੇ ਅੰਦਰ ਜਦੋਂ ਖਿੱਚੋਤਾਣ ਇਸ ਤਰ੍ਹਾਂ ਦੀ ਕੁਝ ਵਧੀ, ਬਾਬਾ ਜੀ ਦੇ ਵਿਚਾਰ ਕੁਝ ਹੋਰ, ਗੁਰੂ ਨਾਨਕ ਪਾਤਸ਼ਾਹ ਦੇ ਵਿਚਾਰ ਕੁਝ ਹੋਰ, ਤੇ ਸਾਧ ਸੰਗਤ ਭਾਈ ਜੈ ਰਾਮ ਜੀ ਬੇਬੇ ਨਾਨਕੀ ਦੇ ਘਰ ਵਾਲੇ ਸੁਲਤਾਨਪੁਰ ਦੇ ਰਹਿਣ ਵਾਲੇ ਆਏ ਨੇ। ਉਹ ਗੁਰੂ ਨਾਨਕ ਪਾਤਸ਼ਾਹ ਨੂੰ ਆਪਣੇ ਨਾਲ ਰਾਏ ਬੁਲਾਰ ਦੇ ਕਹਿਣ ਤੇ ਸੁਲਤਾਨਪੁਰ ਦੀ ਪਾਵਨ ਧਰਤੀ ਤੇ ਲੈ ਗਏ। ਪਰ ਜਾਣ ਤੋਂ ਪਹਿਲਾਂ ਇੱਕ ਬਚਨ ਰਾਏ ਬੁਲਾਰ ਨੇ ਕਿਹਾ, ਕਹਿਣ ਲੱਗੇ ਪ੍ਰੀਤੀ ਭੋਜਨ ਮੇਰੇ ਘਰ ਦੇ ਅੰਦਰ ਕਰੋ। ਤੇ ਸਤਿਗੁਰੂ ਮਹਾਰਾਜ ਉਸ ਦੇ ਘਰ ਅੰਦਰ ਗਏ, ਜਾ ਕੇ ਪ੍ਰੀਤੀ ਭੋਜਨ ਕੀਤਾ, ਲੰਗਰ ਬਹਿ ਕੇ ਇਕੱਠਾ ਛਕਿਆ। ਤੇ ਨਾਲ ਹੀ ਇੱਕ ਗੱਲ ਰਾਏ ਬੁਲਾਰ ਨੇ ਕਹੀ, ਆਖਿਆ ਬਾਬਾ ਨਾਨਕ ਜੀ ਤੁਹਾਡੀ ਕਿਰਪਾ ਦੇ ਨਾਲ ਜੀਵਨ ਬੜਾ ਸੁੱਖ ਨਾਲ ਬਤੀਤ ਹੋ ਰਿਹਾ ਹੈ, ਕਿਰਪਾ ਕਰੋ ਰਹਿੰਦਾ ਜੀਵਨ ਵੀ ਜਿਹੜਾ ਨਾ ਸੁੱਖ ਨਾਲ ਬਤੀਤ ਹੋ ਜਾਵੇ, ਕੋਈ ਐਸਾ ਉਪਦੇਸ਼ ਕਰੋ। ਤੇ ਬਾਬਾ ਨਾਨਕ ਜੀ ਨੇ ਬਚਨ ਕਿਹਾ, ਸਾਨੂੰ ਵੀ ਸਾਰਿਆਂ ਨੂੰ ਚੇਤੇ ਰੱਖਣਾ ਚਾਹੀਦਾ। ਕਹਿਣ ਲੱਗੇ ਜਦੋਂ ਤੁਹਾਡਾ ਆਪਣਾ ਬਲ ਕਾਮਨਾ ਨਾ ਕਰੇ, ਵਾਹਿਗੁਰੂ ਪਰਮਾਤਮਾ ਦੇ ਚਰਨਾਂ ਵਿੱਚ ਅਰਦਾਸ ਕਰਿਓ, ਜੀਵਨ ਜਿਹੜਾ ਹੈ ਉਹ ਸੁੱਖ ਨਾਲ ਬਤੀਤ ਹੋ ਜਾਵੇਗਾ। ਬਾਬਾ ਜੀ ਸੁਲਤਾਨਪੁਰ ਦੀ ਪਾਵਨ ਧਰਤੀ ਤੇ ਆ ਗਏ। ਇੱਥੇ ਆ ਕੇ ਕਿਰਤ ਮੋਦੀ ਦੀ ਆਰੰਭ ਕਰ ਦਿੱਤੀ। ਤੇ ਮੋਦੀ ਦੀ ਕਿਰਤ ਬੜੀ ਜ਼ਿੰਮੇਵਾਰੀ ਦੀ ਸੀ। ਸਾਧ ਸੰਗਤ ਇੱਥੇ ਉਹ ਵੀ ਲੋਕ ਸਨ ਜਿਹੜੇ ਮੋਦੀ ਬਣ ਕੇ ਲਾਲਚ ਵਸੀ ਹੋ ਕੇ ਲੋਕਾਂ ਦਾ ਹੱਕ ਮਾਰਦੇ ਸੀ। ਪਰ ਬਾਬਾ ਨਾਨਕ ਨੇ ਕੇਵਲ ਲੋਕਾਂ ਨੂੰ ਇਹ ਨਹੀਂ ਕਿਹਾ, ਹੱਕ ਪਰਾਇਆ ਨਾਨਕਾ ਉਸ ਸੂਰ ਉਸ ਗਾਏ, ਗੁਰਪੀਰ ਹਾਮਾ ਤਾਂ ਭਰੇ ਜਾਂ ਮੁਰਦਾਰ ਨਾ ਖਾਏ। ਸਤਿਗੁਰੂ ਬਾਬਾ ਜੀ ਨੇ ਆਪਣੇ ਜੀਵਨ ਦੇ ਅੰਦਰ ਇਹ ਗੱਲ ਧਾਰਨ ਕੀਤੀ ਤੇ ਲੋਕ ਸ਼ੁਕਰ ਕਰਦੇ ਨੇ ਚਿਰਾਂ ਬਾਅਦ ਕੋਈ ਮੋਦੀ ਮਿਲਿਆ। ਤੇ ਉੱਥੇ ਦੌਲਤ ਖਾਂ ਵੀ ਜਿਹੜਾ ਨਾ ਉਹ ਵੀ ਬੜਾ ਪ੍ਰਸੰਨ ਹੈ ਕਿ ਘੱਟੋ ਘੱਟ ਮੋਦੀ ਦੇ ਕੰਮ ਤੋਂ ਖੁਸ਼ ਹੋ ਕੇ ਲੋਕ ਮੈਨੂੰ ਵਧਾਈਆਂ ਦੇ ਰਹੇ ਨੇ। ਪਰ ਚੁਗਲ ਖੋਲ ਜਿਹੜੇ ਲੋਕ ਹੁੰਦੇ ਨੇ ਇਹਨਾਂ ਦੀ ਕਮੀ ਕੋਈ ਨਹੀਂ। ਸਾਧ ਸੰਗਤ ਇਹ ਆਪਣਾ ਦਾਂ ਮਾਰਦੇ ਨੇ, ਆਪਣਾ ਡੰਗ ਚਲਾਉਂਦੇ ਨੇ। ਬਾਬਾ ਨਾਨਕ ਤੇ ਵੀ ਇਹਨਾਂ ਨੇ ਚਲਾਇਆ, ਇਹਨਾਂ ਨੇ ਚੁਗਲੀਆਂ ਕੀਤੀਆਂ। ਦੌਲਤ ਖਾਂ ਵੀ ਭਰਮ ਗਿਆ ਤੇ ਉਸ ਨੇ ਵੀ ਹਿਸਾਬ ਕਿਤਾਬ ਕੀਤਾ। ਇੱਕ ਵਾਰੀ ਨਹੀਂ ਕਈ ਵਾਰੀ ਹਿਸਾਬ ਕਿਤਾਬ ਹੋਇਆ। ਬਾਬਾ ਨਾਨਕ ਜੀ ਦਾ ਵਾਧਾ ਹੀ ਨਿਕਲਦਾ ਰਿਹਾ। ਤੇ ਸਾਧ ਸੰਗਤ ਆਖਰ ਵੇਈ ਨਦੀ ਦੇ ਅੰਦਰ ਜਾਣ ਵਾਲੀ ਗੱਲ ਆਪਾਂ ਆਮ ਤੌਰ ਤੇ ਪੜ੍ਹਦੇ ਸੁਣਦੇ ਹਾਂ। ਸਤਿਗੁਰੂ ਮਹਾਰਾਜ ਵੇਈ ਨਦੀ ਦੇ ਅੰਦਰ ਪ੍ਰਵੇਸ਼ ਕਰਦੇ ਨੇ, 3 ਦਿਨ ਬਾਅਦ ਨਿਕਲਦੇ ਨੇ। ਨਿਕਲਦਿਆਂ ਸਾਰ ਆਪਣੇ ਗਲ ਵਿੱਚ ਕਫਨੀ ਪਾ ਲੈਂਦੇ ਨੇ, ਕਿਉਂਕਿ ਅੱਜ ਕਹਿਣਾ ਹੈ ਨਾ ਕੋਈ ਹਿੰਦੂ ਨਾ ਕੋਈ ਮੁਸਲਮਾਨ ਇਸ ਸਚਾਈ ਨੂੰ ਕਹਿਣ ਲੱਗਿਆ। ਸਿਰ ਤੇ ਖਫਨ ਬੰਨਣ ਵਾਲੀ ਗੱਲ ਹੈ, ਕਿਉਂਕਿ ਸਾਧ ਸੰਗਤ ਸੱਚ ਜਿਹੜਾ ਵੀ ਬੋਲੇਗਾ ਕੂੜੇ ਬੰਦੇ ਉਸ ਦੇ ਉਲਟ ਹੋ ਜਾਣਗੇ। ਬਾਬਾ ਨਾਨਕ ਜੀ ਨੇ ਇੱਥੇ ਹੀ ਭਾਈ ਭਗੀਰਥ ਦੇ ਉੱਤੇ ਕਿਰਪਾ ਕੀਤੀ, ਇੱਥੇ ਹੀ ਮਨ ਸੁਖ ਦੇ ਉੱਤੇ ਕਿਰਪਾ ਕੀਤੀ। ਤੇ ਅੱਜ ਬਾਬਾ ਨਾਨਕ ਜੀ ਜਦੋਂ ਨਿਕਲੇ ਬਾਹਰ, ਨਾ ਕੋਈ ਹਿੰਦੂ ਨਾ ਕੋਈ ਮੁਸਲਮਾਨ ਵਾਲਾ ਅੱਖਰ, ਸ਼ਮਸ਼ਾਨ ਘਾਟ ਦੇ ਵਿੱਚ ਬਹਿ ਕੇ ਸਿਰ ਤੇ ਖਫਰੀ ਬਣ ਕੇ ਖਫਨ ਬਣ ਕੇ ਸਤਿਗੁਰੂ ਮਹਾਰਾਜ ਨੇ ਇਹ ਕਿਹਾ। ਆਪਾਂ ਸੁਲਤਾਨਪੁਰ ਵਾਲੀ ਘਾਰੀ ਜਿਹੜੀ ਮਸਜਿਦ ਦੇ ਅੰਦਰ ਨਮਾਜ਼ ਪੜਨ ਵਾਲੀ ਏ ਸਾਰੇ ਜਾਣਦੇ ਆ। ਮੈਂ ਬੇਨਤੀ ਕਰਾਂਗਾ ਅੱਜ ਆਪਾਂ ਵੀ ਬਾਣੀ ਪੜ੍ਹਦੇ ਆ, ਪਤਾ ਨਹੀਂ ਕਿੱਥੇ ਕਿੱਥੇ ਜਾਂਦੇ ਆ, ਸੰਗਤ ਕਰਦੇ ਆ, ਕਿੱਥੇ ਕਿੱਥੇ ਜਾਂਦੇ ਆ। ਕੇਵਲ ਗੱਲ ਕਾਜੀ ਦੀ ਨਹੀਂ, ਕੇਵਲ ਗੱਲ ਨਵਾਬ ਦੀ ਨਹੀਂ, ਸਾਨੂੰ ਵੀ ਚੇਤਾ ਰੱਖਣਾ ਚਾਹੀਦਾ ਬਾਣੀ ਵਿੱਚ ਧਿਆਨ ਰਵੇ, ਸੰਗਤ ਵਿੱਚ ਬੈਠੇ ਹੋਏ ਆ, ਸ਼ਬਦ ਵਿੱਚ ਸਾਡਾ ਧਿਆਨ ਜੁੜਿਆ ਹੋਵੇ। ਪਰ ਇੱਥੋਂ ਬਾਬੇ ਨੇ ਪ੍ਰੋਗਰਾਮ ਬਣਾਇਆ, ਚੜ੍ਹਿਆ ਸੋਧਨ ਧਰਤ ਲੁਕਾਈ। ਐਸਾ ਸੋਧਨ ਵਾਸਤੇ ਤੁਰੇ। ਪਹਿਲਾਂ ਲਾਹੌਰ ਦੇ ਅੰਦਰ ਗਏ, ਜ਼ਵਾਰ ਮਲ ਦੇ ਝੁੱਟੇ ਦੇ ਕੋਲ ਸਾਧ ਸੰਗਤ ਬਾਬਾ ਜੀ ਨੇ ਇਹ ਬਚਨ ਪਏ। ਕੀ ਕਿਹਾ ਮਹਾਰਾਜ ਨੇ? ਮਹਾਰਾਜ ਦੇ ਬਚਨ ਆਪ ਜੀ ਪੜ੍ਹਦੇ ਹੋ, ਲਾਹੌਰ ਸ਼ਹਿਰ ਜ਼ਹਿਰ ਕਹਿਰ ਸਵਾ ਪੈਰ, ਕਿਉਂਕਿ ਜੀਵਾਂ ਦੇ ਉੱਤੇ ਜ਼ੁਲਮ ਕੀਤਾ ਜਾ ਰਿਹਾ ਹੈ। ਇੱਥੋਂ ਹੀ ਬਾਬਾ ਨਾਨਕ ਜੀ ਤਲਵੰਡੀ ਆਏ। ਮਾਤਾ ਪਿਤਾ ਨੇ ਜਦੋਂ ਸਾਧ ਸੰਗਤ ਸਾਧੂ ਪੇਖ ਦੇ ਅੰਦਰ ਵੇਖਿਆ ਤੇ ਉਹਨਾਂ ਨੂੰ ਵੀ ਵੇਖਦਿਆਂ ਸਾਰ ਹੈਰਾਨੀ ਹੋਈ। ਪਰ ਆਪਣਾ ਪ੍ਰੋਗਰਾਮ ਦੱਸਿਆ ਤੇ ਦੱਸ ਕੇ ਬਾਬਾ ਨਾਨਕ ਜੀ ਜਿਵੇਂ ਤੁਰਦੇ ਨੇ, ਸਾਧ ਸੰਗਤ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਆਮ ਲੋਕਾਂ ਦੀ ਤਰ੍ਹਾਂ ਨੱਠ ਕੇ ਨਹੀਂ, ਚੋਰੀ ਨਾਲ ਨਹੀਂ, ਪਰ ਸਾਰੇ ਪਰਿਵਾਰ ਦੀਆਂ ਜ਼ਿੰਮੇਵਾਰੀਆਂ ਸੌਂਪ ਕੇ, ਮਾਂ ਪਿਓ ਦੀਆਂ, ਬੱਚਿਆਂ ਦੀਆਂ, ਘਰਵਾਰੀ ਦੀਆਂ, ਸੰਸਾਰ ਨੂੰ ਸੋਧਣ ਵਾਸਤੇ ਤੁਰੇ ਨੇ। ਦੁਨੀ ਚੰਦ ਕੋਲ ਗਏ। ਇੱਥੇ ਹੀ ਲਾਲੋ ਦੇ ਘਰ ਦੇ ਅੰਦਰ ਸਤਿਗੁਰੂ ਮਹਾਰਾਜ ਨੇ ਜਿਵੇਂ ਸਾਧ ਸੰਗਤ ਪਹਿਲਾਂ ਦੁਨੀ ਚੰਦ ਨੂੰ ਸਰਾਧਾਂ ਦੇ ਬਾਰੇ ਸਮਝਾਇਆ ਕਿ ਮਰਿਆਂ ਤੋਂ ਬਾਅਦ ਪਿਤਰ ਲੋਕਾਂ ਦੇ ਵਾਸਤੇ ਭਾਵ ਭੋਜਨ ਨਾ ਦਿਓ,
ਬਲਕਿ ਜਿੰਦੇ ਮਾਂ ਪਿਓ ਦੀ ਸੇਵਾ ਕਰੋ, ਜਿੰਦੇ ਮਾਂ ਪਿਓ ਨਾਲ ਪਿਆਰ ਕਰੋ। ਇਥੋਂ ਹੀ ਅੱਗੇ ਸਾਧ ਸੰਗਤ ਜਿਵੇਂ ਗਏ ਨੇ ਮਲਕ ਭਾਗੋ ਦੇ ਕੋਲ, ਭਾਈ ਲਾਲੋ ਦੇ ਘਰ ਅੰਦਰ ਟਿਕਾਣਾ ਕੀਤਾ, ਦੱਸ ਦਿੱਤਾ ਜਿਹੜੀ ਦਸਾਂ ਨਵਾਂ ਦੀ ਕਿਰਤ ਹੈ ਉਸ ਵਿੱਚ ਦੁੱਧ ਹੈ, ਤੇ ਜਿਹੜੀ ਚੋਰੀ ਦੀ ਜਾਂ ਲੋਕਾਂ ਦੇ ਉੱਤੇ ਜ਼ੁਲਮ ਕਰਕੇ ਕਮਾਈ ਹੋਈ ਰੋਜੀ ਹੈ ਉਸ ਅੰਦਰ ਖੂਨ ਹੈ। ਇਥੋਂ ਬਾਬਾ ਜੀ ਹਰਦੁਆਰ ਦੇ ਅੰਦਰ ਲੋਕਾਂ ਨੂੰ ਲਹਿੰਦੇ ਵੱਲ ਪਾਣੀ ਦੇ ਕੇ ਸਮਝਾ ਦਿੱਤਾ ਕਿ ਸੂਰਜ ਵੱਲ ਪਾਣੀ ਦੇਣਾ ਕੇਵਲ ਤੇ ਕੇਵਲ ਇੱਕ ਕਰਮ ਕਾਂਡ ਹੈ, ਇਸ ਤੋਂ ਵੱਧ ਕੁਝ ਵੀ ਨਹੀਂ। ਸਤਿਗੁਰੂ ਮਹਾਰਾਜ ਜਿਵੇਂ ਪਹਿਲੀ ਉਦਾਸੀ ਦੇ ਅੰਦਰ ਸਾਧ ਸੰਗਤ ਕੀ ਅਯੋਧਿਆ ਤੇ ਕੀ ਹੋਰ ਕਾਂਸ਼ੀ ਬਨਾਰਸ ਤੇ ਕੀ ਹੋਰ ਅੱਗੇ ਢਾਕਾ ਬੰਗਾਲ ਵੱਲ ਜਾ ਕੇ ਸਤਿਗੁਰੂ ਮਹਾਰਾਜ ਜਿਵੇਂ ਵਾਪਸ ਆਏ, ਉਹਨਾਂ ਨੇ ਸੁਲਤਾਨਪੁਰ ਤੋਂ ਤਲਵੰਡੀ ਜਾ ਕੇ ਕਰਤਾਰਪੁਰ ਵਸਾਇਆ। ਕਰਤਾਰਪੁਰ ਵਸਾਉਣ ਤੋਂ ਬਾਅਦ ਫਿਰ ਉੱਤਰ ਦਿਸ਼ਾ ਦੀ ਜਿੱਥੇ ਸਿੱਧ ਲੋਕ ਬੈਠੇ ਹੋਏ ਸਨ, ਇਹਨਾਂ ਵੱਲ ਸਤਿਗੁਰੂ ਮਹਾਰਾਜ ਨੇ ਆਪਣਾ ਝੁਕਾ ਕੀਤਾ, ਉਹਨਾਂ ਨੂੰ ਵੀ ਸਮਝਾਇਆ। ਮੁੰਦਾ ਸੰਤੋਖ ਸ਼ਰਮ ਪਚੋਰੀ ਧਿਆਨ ਕੀ ਕਰੇ ਬਿਭੂਤ, ਖਿੰਥਾ ਕਾਲ ਕੁਆਰੀ ਕਾਇਆ ਜੁਗ ਡੰਡਾ ਪ੍ਰਤੀਤ, ਆਈ ਪੰਥੀ ਸਗਲ ਜਮਾਤੀ ਮਨ ਜੀਤੈ ਜਗ ਜੀਤ। ਬੇਸ਼ੱਕ ਉਹ ਲੋਕ ਸਤਿਗੁਰੂ ਮਹਾਰਾਜ ਦੀ ਸਿਆਣਪ ਤੋਂ ਕਾਇਲ ਸਨ, ਚਾਹੁੰਦੇ ਸਨ ਕਿ ਐਸਾ ਜੋਗੀ ਸਾਡੇ ਧਰਮ ਦੇ ਅੰਦਰ ਆ ਜਾਵੇ, ਸਾਡੇ ਧਰਮ ਨੂੰ ਉਜਲਾ ਕਰ ਦੇਵੇਗਾ, ਪਰ ਸਾਧ ਸੰਗਤ ਉਹਨਾਂ ਨੇ ਕਪਟ ਕੀਤਾ। ਗੋਰਖਨਾਥ ਨੇ ਇੱਕ ਬਰਤਨ ਦਿੱਤਾ ਵੀ ਤਲਾਬ ਤੋਂ ਸਾਨੂੰ ਪਾਣੀ ਲਿਆ ਦਿਓ। ਬਾਬਾ ਜੀ ਗਏ, ਉਹ ਤਲਾਬ ਦੇ ਅੰਦਰ ਪਾਣੀ ਨਹੀਂ, ਹੀਰੇ ਜਵਾਹਰਾਤ ਉੱਥੇ ਕਰ ਦਿੱਤੇ। ਬਾਬਾ ਜੀ ਵਾਪਸ ਆ ਗਏ ਤੇ ਬਾਬਾ ਜੀ ਨੇ ਆ ਕੇ ਆਖਿਆ ਜੋਗੀ ਨੂੰ, ਨਾਥ ਨੂੰ, ਕਿ ਉੱਥੇ ਪਾਣੀ ਨਹੀਂ। ਤੇ ਜੋਗੀ ਨੇ ਅਗਲਾ ਸਵਾਲ ਨਹੀਂ ਕੀਤਾ। ਤੇ ਭਾਈ ਸਾਹਿਬ ਕਹਿੰਦੇ ਨੇ ਬਾਬਾ ਨਾਨਕ ਜੀ ਨੇ ਸ਼ਬਦ ਨਾਲ ਸਿੱਧ ਮੰਡਲੀ ਨੂੰ ਜਿਹੜਾ ਹੈ ਨਾ ਉਹ ਜਿੱਤ ਲਿਆ। ਸਤਿਗੁਰੂ ਬਾਬਾ ਨਾਨਕ ਜੀ ਸਾਧ ਸੰਗਤ ਜਿਵੇਂ ਜੋਗੀਆਂ ਨੂੰ ਸਿੱਧੇ ਰਾਹ ਪਾ ਕੇ ਫਿਰ ਇਸਲਾਮੀ ਇਲਾਕਿਆਂ ਵੱਲ ਗਏ। ਭਾਵੇਂ ਉਹ ਸਾਧ ਸੰਗਤ ਇਸਲਾਮੀ ਇਲਾਕਿਆਂ ਦੇ ਅੰਦਰ ਇਸਲਾਮ ਬਾਬਾ ਫਰੀਦ ਜੀ ਦਾ ਟਿਕਾਣਾ ਹੋਵੇ, ਜਾਂ ਜਿਹਨੂੰ ਆਪਾਂ ਸਾਧ ਸੰਗਤ ਹੰਕਾਰੀ ਵਲੀ ਕੰਧਾਰੀ ਕਹਿੰਦੇ ਹਾਂ ਉਸ ਦਾ ਟਿਕਾਣਾ ਹੋਵੇ, ਹਮਜ਼ਾ ਗੋਸ਼ ਪੀਰ ਦਾ ਕਰਾਮਾਤੀ ਦਾ ਟਿਕਾਣਾ ਹੋਵੇ, ਜਾਂ ਮੱਕੇ ਦੀ ਗੱਲ ਹੋਵੇ, ਸਤਿਗੁਰੂ ਮਹਾਰਾਜ ਇਹਨਾਂ ਨੂੰ ਵੀ ਇਹੋ ਹੀ ਗੱਲ ਸਮਝਾਉਂਦੇ ਨੇ ਕਿ ਵਾਹਿਗੁਰੂ ਪਰਮਾਤਮਾ ਇੱਕ ਜਗ੍ਹਾ ਤੇ ਨਹੀਂ, ਸਰਵ ਵਿਆਪੀ ਹੈ, ਤੇ ਧਰਮਾਂ ਦੇ ਬਖੇਰੇ ਨਾ ਪਾਓ, ਬਲਕਿ ਏਕ ਪਿਤਾ ਏਕਸ ਕੇ ਹਮ ਬਾਰਕ, ਤੋ ਮੇਰਾ ਗੁਰਹਾਈ ਵਾਲੇ ਬਚਨ ਆਪਣੇ ਜੀਵਨ ਦੇ ਅੰਦਰ ਧਾਰਨ ਕਰੋ। ਸਾਧ ਸੰਗਤ ਬਾਬਾ ਨਾਨਕ ਪਹਿਲਾਂ ਬਖਸ਼ਿਸ਼ ਲੈ ਕੇ ਆਏ ਨੇ ਅਕਾਲ ਪੁਰਖ ਦੇ, ਪਿੱਛੋਂ ਕਾਲ ਕਮਾਈ, ਕਿਉਂਕਿ ਬਾਬਾ ਨਾਨਕ ਨੂੰ ਅਕਾਲ ਪੁਰਖ ਨੇ ਕਿਹਾ ਸੀ ਜਿਸ ਉੱਤੇ ਤੇਰੀ ਨਦਰ ਉਸ ਉੱਤੇ ਮੇਰੀ ਨਦਰ, ਜਿਸ ਉੱਤੇ ਤੇਰਾ ਕਰਮ ਉਸ ਉੱਤੇ ਮੇਰਾ ਕਰਮ, ਤੇ ਨਾਲ ਹੀ ਆਖਿਆ ਮੈਂ ਪਾਰ ਬ੍ਰਹਮ ਪਰਮੇਸ਼ਰ ਤੋ ਗੁਰ ਪਰਮੇਸ਼ਰ। ਇਹ ਗੱਲ ਬਾਬਾ ਨਾਨਕ ਜੀ ਨੂੰ ਜੀਵਨ ਦੇ ਅੰਦਰ ਪ੍ਰਾਪਤ ਹੋਈ। ਤੇ ਭਾਈ ਸਾਹਿਬ ਵੀ ਆਖਦੇ ਨੇ ਬਾਬਾ ਪੈਂਦਾ ਸੱਚਖੰਡ, ਨੌ ਨਿਧ ਨਾਮ ਗਰੀਬੀ ਪਾਈ ਵਾਲੀ ਗੱਲ ਆਪਾਂ ਪੜ੍ਹਦੇ ਹਾਂ। ਬਾਬਾ ਨਾਨਕ ਨੇ ਸਾਧ ਸੰਗਤ ਆਪਣੇ ਸੁਖ ਤਿਆਗ ਕੇ, ਆਪਣੇ ਬੱਚਿਆਂ ਦੇ ਸੁਖ ਤਿਆਗ ਕੇ, ਆਪਣੀ ਘਰਵਾਰੀ ਦੇ ਸੁਖ ਤਿਆਗ ਕੇ, ਆਪਣੀ ਮਾਤਾ ਪਿਤਾ ਦੇ ਸੁਖ ਤਿਆਗ ਕੇ ਸਾਧ ਸੰਗਤ ਸੰਸਾਰ ਨੂੰ ਕੇਵਲ ਤੇ ਕੇਵਲ ਸੁਖ ਦਿੱਤਾ। ਸੰਸਾਰ ਦੀ ਝੋਲੀ ਵਿੱਚ ਸੁਖ ਪਾਏ ਤੇ ਆਖਰੀ 18 ਸਾਲ ਕਰਤਾਰਪੁਰ ਸਾਹਿਬ ਦੀ ਪਾਵਨ ਧਰਤੀ ਤੇ ਬਤੀਤ ਕੀਤੇ। ਇੱਥੇ ਭਾਈ ਲਹਿਣਾ ਜੀ ਆਏ, ਉਹਨਾਂ ਨੇ ਘਾਲ ਨਾ ਘਾਲੀ, ਕਿਉਂਕਿ ਪਏ ਕਬੂਲ ਖਸਮ ਨਾਲ ਜਾਂ ਘਾਲ ਮਰਦੀ ਘਾਲੀ। ਬਾਬਾ ਨਾਨਕ ਜੀ ਦੀ ਕਿਰਪਾ ਦੇ ਪ੍ਰਾਪਤ ਪਾਤਰ ਬਣੇ। ਕੇਵਲ ਸਿੱਖ ਨਹੀਂ, ਸਾਧ ਸੰਗਤ ਸਿੱਖਿਆ ਧਾਰਨ ਕਰਕੇ ਸਿੱਖੀ ਸਿੱਖਿਆ ਗੁਰ ਵਿਚਾਰ ਵਾਲੀ ਗੱਲ ਨੂੰ ਆਪਣੇ ਜੀਵਨ ਦੇ ਅੰਦਰ ਧਾਰਨ ਕਰਦਿਆਂ ਗੁਰੂ ਬਣ ਗਏ। ਤੇ ਅਸੀਂ ਉਹਨਾਂ ਨੂੰ ਅੱਜ ਦੂਜੇ ਪਾਤਸ਼ਾਹ ਗੁਰੂ ਅੰਗਦ ਦੇਵ ਜੀ ਮਹਾਰਾਜ ਦੇ ਨਾਮ ਨਾਲ ਚੇਤੇ ਕਰਦੇ ਹਾਂ। ਇੱਥੇ ਹੀ ਬਾਬਾ ਬੁੱਢਾ ਜੀ ਗੁਰੂ ਮਹਾਰਾਜ ਦੀ ਸ਼ਰਨ ਵਿੱਚ ਆਏ, ਜਿਨ੍ਹਾਂ ਨੂੰ ਬ੍ਰਹਮ ਗਿਆਨੀ ਦੀ ਪਦਵੀ ਜੀਵਨ ਦੇ ਅੰਦਰ ਪ੍ਰਾਪਤ ਹੋਈ। ਬਾਬਾ ਬੁੱਢਾ ਜੀ ਨੇ ਵੀ ਘਾਲਣਾ ਇੱਥੇ ਰਹਿ ਕੇ ਗੁਰੂ ਚਰਨਾਂ ਦੇ ਅੰਦਰ ਘਾਲੀ। ਬਸ ਅੰਤ ਵਿੱਚ ਬੇਨਤੀ ਕਰਾਂਗਾ, ਅੱਜ ਬਾਬਾ ਨਾਨਕ ਜੀ ਦਾ ਆਗਮਨ ਪੁਰਬ ਮਨਾਉਂਦਿਆਂ ਹੋਇਆ ਸਾਨੂੰ ਇਹ ਚੇਤੇ ਰੱਖਣਾ ਚਾਹੀਦਾ ਹੈ, ਨਾਮ ਜਪਣਾ, ਵੰਡ ਛਕਣਾ, ਧਰਮ ਦੀ ਕਿਰਤ ਕਰਨ ਵਾਲੀ ਗੱਲ ਆਪਣੇ ਜੀਵਨ ਦੇ ਅੰਦਰ ਧਾਰਨ ਕਰੀਏ। ਕਿਉਂਕਿ 10ਵੇਂ ਜਾਮੇ ਦੇ ਅੰਦਰ ਜਾ ਕੇ ਵੀ ਇਹ ਗੱਲ ਬਾਬਾ ਨਾਨਕ ਜੀ ਨੇ ਕਹੀ ਸੀ, ਪੂਜਾ ਅਕਾਲ ਕੀ ਪਰਚਾ ਸ਼ਬਦ ਦਾ, ਦੀਦਾਰ ਖਾਲਸੇ ਦਾ। ਆਓ ਪਿਆਰਿਓ, ਗੁਰੂ ਮਹਾਰਾਜ ਦਾ ਆਗਮਨ ਪੁਰਬ ਮਨਾਉਂਦਿਆਂ ਹੋਇਆ
ਜੀਵਨ ਦੇ ਅੰਦਰ ਇਹ ਗੱਲ ਧਾਰਨ ਕਰੀਏ, ਬਾਬਾਨੀਆਂ ਕਹਾਣੀਆਂ ਪੁੱਤ ਸਪੁੱਤ ਕਰੇਨ, ਅਸੀਂ ਪੁੱਤਰਾਂ ਤੋਂ ਸਪੁੱਤਰ ਬਣ ਜਾਈਏ। ਸਾਡੇ ਮਨਾਏ ਹੋਏ ਜਿਹੜੇ ਗੁਰਪੁਰਬ ਨੇ ਨਾ, ਇਹ ਸਕਾਰਥੇ ਹੋ ਜਾਣਗੇ। ਇੰਨੇ ਕੁ ਬਚਨ ਆਪ ਜੀ ਦੇ ਨਾਲ ਸਾਂਝੇ ਕਰਦਾ ਹੋਇਆ ਵਿਚਾਰਾਂ ਨੂੰ ਸੰਕੋਚਦਾ ਹਾਂ ਜੀ। ਧੰਨਵਾਦ ਆਪ ਸੰਗਤਾਂ ਦਾ, ਧੰਨਵਾਦ ਸਤਿਗੁਰਾਂ ਦਾ, ਧੰਨਵਾਦ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਜੀ, ਜਿਨ੍ਹਾਂ ਨੇ ਸਾਧ ਸੰਗਤ ਸੇਵਾ ਇਹ ਬਖਸ਼ਿਸ਼ ਕਰਕੇ ਆਪ ਸੰਗਤਾਂ ਦੇ ਨਾਲ ਕੁਝ ਬਚਨ ਸਾਂਝੇ ਕਰਨ ਦਾ ਸੁਭਾਗਾ ਸਮਾਂ ਬਖਸ਼ਿਆ ਹੈ। ਸਤਿਕਾਰਯੋਗ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਜੀ ਮੁੱਖ ਗ੍ਰੰਥੀ ਸ੍ਰੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਉਹਨਾਂ ਵੱਲੋਂ ਦਾਸ ਵੱਲੋਂ ਸਮੁੱਚੇ ਸਿੰਘ ਸਾਹਿਬਾਨ ਵੱਲੋਂ ਗੁਰੂ ਨਾਨਕ ਪਾਤਸ਼ਾਹ ਜੀ ਦੇ ਆਗਮਨ ਪੁਰਬ ਦੀ ਆਪ ਜੀ ਨੂੰ ਬਹੁਤ ਬਹੁਤ ਵਧਾਈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਹਿਬ, ਸਮੁੱਚੇ ਮੈਂਬਰ ਸਾਹਿਬਾਨ, ਸਭਨਾਂ ਵੱਲੋਂ ਆਪ ਜੀ ਨੂੰ ਬਹੁਤ ਬਹੁਤ ਵਧਾਈ। ਭੁੱਲਾਂ ਚੁੱਕਾਂ ਦੀ ਖਿਮਾ। ਆਓ ਅਖੀਰਲੀਆਂ ਪੰਕਤੀਆਂ ਦਾ ਪਾਠ ਸਰਵਨ ਕਰੋ ਜੀ। ਪਰਿਓ ਕਾਲ ਸਬੈ ਜਗ ਉਪਰ, ਮਾਹੇ ਲਿਖੇ ਭ੍ਰਮ ਗਿਆਨੀ, ਕਹੋ ਕਬੀਰ ਜਨ ਭਏ ਖਾਲਸੇ, ਪ੍ਰੇਮ ਭਗਤ ਜਿਹ ਜਾਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ਼ੇਰੇ ਪੰਜਾਬ ਗੁਰਬਾਣੀ YouTube ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਤੇ ਇਸ ਤੇ ਗੁਰਬਾਣੀ ਸ਼ਬਦ ਕੀਰਤਨ ਤੇ ਇਤਿਹਾਸ ਨਾਲ ਵੱਧ ਤੋਂ ਵੱਧ ਜੁੜ ਕੇ ਆਨੰਦ ਮਾਣੋ ਤੇ ਆਪਣੀ ਜ਼ਿੰਦਗੀ ਨੂੰ ਸਫਲ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।